ਵੌਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕ, ਸਾਰੇ ਸਰੋਤੇ, ਉਹਨਾਂ ਨੂੰ ਅੱਜ ਦੇ ਇਸ ਮੁਬਾਰਕ ਦਿਨ ਤੇ ਅਸੀਂ ਹੈਪੀ ਫਾਦਰਸ ਡੇ ਕਹਿੰਦੇ ਹਾਂ। ਤੇ ਗੱਲਬਾਤ ਕਰਨ ਵਾਸਤੇ ਸਟੂਡੀਓ 'ਚ ਹਾਜ਼ਰ ਨੇ ਸਰ ਹਰਪ੍ਰੀਤ ਸਿੰਘ ਜਵੰਦਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਹੈਪੀ ਫਾਦਰ ਡੇ। ਤੁਹਾਨੂੰ ਜੀ ਮਿਹਰਬਾਨੀ, ਸ਼ੁਕਰੀਆ। ਅੱਜ ਬੜਾ ਮਹੱਤਵਪੂਰਨ ਦਿਨ ਆ ਜੀ ਜਵੰਦਾ ਸਾਹਿਬ, ਜਦੋਂ ਸਾਰੇ ਲੋਕ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਆ, ਫਾਦਰਸ ਡੇ। ਹਾਂਜੀ ਹਾਂਜੀ। ਫਾਦਰਸ ਡੇ ਵੈਸੇ ਮੈਂ ਬੈਕ ਹੋਮ ਦੀ ਕਈ ਵਾਰੀ ਗੱਲ ਕਰਦਾ ਹੁੰਦਾ, ਉੱਥੇ ਤਾਂ ਫਾਦਰ ਡੇ ਨੂੰ ਇਸ ਤਰੀਕੇ ਨਾਲ ਪਰਟੀਕੂਲਰ ਦਿਨ ਨੂੰ ਨਹੀਂ ਸੈਲੀਬ੍ਰੇਟ ਕੀਤਾ ਜਾਂਦਾ। ਉਂਝ ਫਾਦਰ ਡੇ ਹੀ ਹੁੰਦਾ ਰੋਜ਼, ਠੀਕ ਹੈ। ਪਰ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਸ਼ਾਇਦ ਇੱਕ ਗੱਲ ਮੈਂ ਨੋਟਿਸ ਕੀਤੀ ਹੈਗੀ ਹੈ ਵੀ ਫਾਦਰ ਕੋਲ ਨਹੀਂ ਹੁੰਦਾ, ਫੈਮਿਲੀ ਇਸ ਤਰੀਕੇ ਨਾਲ ਹੁੰਦੀਆਂ ਨੇ, ਜੁਆਇੰਟ ਫੈਮਿਲੀ ਦਾ ਕੰਸੈਪਟ ਨਹੀਂ ਹੈਗਾ, ਤੇ ਫਾਦਰ ਡੇ ਵਾਲਾ ਕੰਸੈਪਟ ਜਿਹੜਾ ਵਾ ਉਹ ਸ਼ਾਇਦ ਤਾਂ ਹੋਊਗਾ। ਕੀ ਲੱਗਦਾ ਤੁਹਾਨੂੰ? ਫਾਦਰ ਡੇ ਦਾ ਤੇ ਜਿਹੜਾ ਕਨਸੈਪਟ ਤੁਸੀਂ ਕਿਹਾ ਵੀ ਇਹਨਾਂ ਮੁਲਕਾਂ 'ਚ ਹੈ, ਬਹੁਤ ਪ੍ਰਚਲਿਤ ਹੈ, ਲੇਕਿਨ ਐਕਚੁਅਲੀ ਜਿਹੜੇ ਫਾਦਰ ਆ ਉਹ ਲਾਗੇ ਨਹੀਂ ਹੁੰਦੇ। ਤੁਹਾਡੀ ਗੱਲ 100% ਠੀਕ ਹੈ। ਪਰ ਮੈਂ ਥੋੜ੍ਹਾ ਜਿਹਾ ਬੈਕ ਇਨ ਪੰਜਾਬ ਤੋਂ ਗੱਲ ਸ਼ੁਰੂ ਕਰਨਾ ਚਾਹੁੰਦਾ ਕਿ ਇਹ ਉਦੋਂ ਜਦੋਂ ਸਾਡੇ ਵੇਲੇ ਹੁੰਦੇ ਸੀ, ਉਦੋਂ ਤੇ ਇਹਨਾਂ ਚੀਜ਼ਾਂ ਦੀ ਕੋਈ ਨਾ ਤੇ ਪੋਪੂਲੈਰਿਟੀ ਸੀ, ਨਾ ਹੀ ਹੈ ਨਾ ਜੀ। ਜਿਸ ਦਿਨ ਪਿਤਾ ਜੀ ਕੋਲੋਂ ਕੋਈ ਚੀਜ਼ ਮਿਲ ਜਾਣੀ, ਖੁਸ਼ੀ ਵਾਲੀ ਕੋਈ ਸਾਬਸ਼ ਮਿਲ ਜਾਣੀ, ਉਹ ਵੀ ਫਾਦਰ ਡੇ ਹੁੰਦਾ ਸੀ। ਔਰ ਜਿਸ ਦਿਨ ਛਿੱਤਰ ਪੈਂਦੇ ਸੀ, ਕੁੱਟ ਪੈਂਦੀ ਸੀ, ਉਹ ਵੀ ਫਾਦਰ ਡੇ ਹੁੰਦਾ ਸੀ। ਠੀਕ ਹੈ ਜੀ, ਠੀਕ ਹੈ ਜੀ। ਔਰ ਜਿਸ ਦਿਨ ਦੋਨੋਂ ਚੀਜ਼ਾਂ ਕੁਛ ਨਹੀਂ ਸੀ ਹੁੰਦੀਆਂ, ਉਦੋਂ ਇੱਕ ਡਰ ਹੁੰਦਾ ਸੀ ਕਿ ਅੱਜ ਪਤਾ ਨਹੀਂ ਕੀ ਮਿਲਣਾ, ਉਹ ਵੀ ਫਾਦਰ ਡੇ ਹੁੰਦਾ ਸੀ। ਠੀਕ, ਸ਼ਾਬਾਸ਼ ਮਿਲਣੀ ਹੈ, ਸ਼ਾਬਾਸ਼ ਮਿਲਣੀ ਹੈ ਕਿ ਕੁੱਟ ਪੈਣੀ ਕਿਸੇ ਕੋਲੋਂ, ਠੀਕ ਹੈ ਜੀ। ਪਰ ਉਹ ਜਿਹੜੀ ਚੀਜ਼ ਹੈ ਨਾ, ਉਹ ਚੀਜ਼ ਹੁਣ ਖਤਮ ਹੋ ਗਈ ਹੈ। ਹੁਣ ਜਿਹੜਾ ਨਾ ਇੱਕ ਫਾਦਰ ਵੀ ਡਰ ਹੈ, ਤੇ ਬੇਟਾ ਜਿਹੜਾ ਜਾਂ ਜਿਹੜਾ ਔਲਾਦ ਹੈ ਉਹ ਵੀ, ਉਹਦਾ ਵੀ ਸੋਚਣ ਦਾ ਢੰਗ ਥੋੜ੍ਹਾ ਡਿਫਰੈਂਟ ਹੋ ਗਿਆ। ਮੈਂ ਤੁਹਾਨੂੰ ਇੱਕ ਦੱਸਾਂ ਕਿ ਇੱਕ ਟਾਈਮ ਸੀ ਜਦੋਂ 5-5 6-6 ਪੁੱਤ ਹੁੰਦੇ ਸੀ, ਠੀਕ ਹੈ ਜੀ। ਇੱਕ ਮਿਲਟਰੀ 'ਚ ਭੇਜ ਦਿੱਤਾ, ਇੱਕ ਵਾਹੀ ਖੇਤੀ ਲਾਤਾ, ਸਰਕਾਰੀ ਨੌਕਰੀ ਟੀਚਰ। ਉਦੋਂ ਇੰਨੀ ਕੇਅਰਫੁਲਨੈਸ ਨਹੀਂ ਸੀ ਹੁੰਦੀ, ਲਾਡ ਪਿਆਰ ਕੀਤਾ ਜਾਂਦਾ ਸੀ, ਲੇਕਿਨ ਦੱਬ ਕੇ ਲਿਆ ਜਾਂਦਾ ਸੀ ਕੰਮ। ਲੇਕਿਨ ਹੁਣ ਕੀ ਹੈ, ਸਰਫੇ ਦੀਆਂ ਔਲਾਦਾਂ ਹੈਗੀਆਂ, ਇੱਕ ਬੇਟਾ ਇੱਕ ਬੇਟੀ ਹੈ, ਜਾਂ ਦੋਨੋਂ ਬੇਟੀਆਂ ਦੋਨੋਂ ਬੇਟੇ, ਹੈ ਨਾ ਜੀ। ਡਰੇ ਰਹਿੰਦੇ ਮਾਂ ਪਿਓ ਕਿ ਇਹਨਾਂ ਨੂੰ ਕੁਛ ਹੋ ਨਾ ਜਾਏ, ਜੇ ਹੋ ਗਏ ਤੇ ਫਿਰ ਆਪਾਂ ਕਿੱਥੇ ਜਾਵਾਂਗੇ। ਤੁਸੀਂ ਦੇਖਿਆ ਹੋਣਾ ਟੋਰਾਂਟੋ 1-2 ਅਨਫੋਰਚੂਨੇਟ ਘਟਨਾਵਾਂ ਹੋਈਆਂ ਨੇ, ਕੁਛ ਯੰਗਸਟਰਸ ਨੇ ਫਰਸਟ੍ਰੇਟ ਹੋ ਕੇ ਗੱਡੀ ਥੱਲੇ ਸਿੱਟ ਦਿੱਤਾ ਜਾਂ ਪਾਣੀ 'ਚ ਡੁੱਬ ਗਏ। ਉਹ ਜਦੋਂ ਉਹਨਾਂ ਦੀ ਬੈਕਗਰਾਊਂਡ ਪ੍ਰੋਫਾਈਲ ਦੇਖਿਆ, ਇਕੱਲੇ ਸੀ, ਤਾਂ ਮੈਂ ਸੋਚਿਆ ਸੀ, ਮੈਂ ਕਿਹਾ ਵੀ ਉਹਨਾਂ ਦਾ ਕੀ ਰਹਿ ਗਿਆ ਸੀ। ਠੀਕ ਹੈ, ਉਹਨਾਂ ਨੂੰ ਪੇਰੈਂਟਸ ਨੇ ਬੜੇ ਚਾਵਾਂ ਨਾਲ ਭੇਜਿਆ ਸੀ, ਸਾਰਾ ਕੁਝ ਵੇਚ ਵੱਟ ਕੇ ਉਹਨਾਂ ਨੇ ਭੇਜਿਆ ਵੀ ਆਖਰ, ਹੈ ਨਾ। ਤੇ ਜਿਹੜਾ ਹੁਣ ਤੁਸੀਂ ਕਿਹਾ ਕਿ ਫਾਦਰਸ ਡੇ ਦੀ ਗੱਲ ਕਰਦੇ ਹੋ ਨਾ ਤੁਸੀਂ, ਫਾਦਰ ਡੇ ਐਕਚੁਅਲੀ ਅਸੀਂ ਇਸ ਫਾਦਰ ਡੇ ਨੂੰ ਇੱਕ ਡੇ ਦੇ ਵਿੱਚ ਸੀਮਿਤ ਨਹੀਂ ਕਰ ਸਕਦੇ। ਹਾਂਜੀ, ਇਹ ਤੇ 24 ਘੰਟਾ 24/7 ਦਾ, ਸਾਰੇ ਸਾਲ ਦਾ 365 ਦਿਨਾਂ ਦਾ ਪ੍ਰੋਸੈਸ ਹੈਗਾ, ਠੀਕ ਹੈ ਜੀ। ਔਰ ਜਦੋਂ ਇੱਕ ਐਸੀ ਛਤਰੀ ਹੁੰਦੀ ਹੈ ਜੀ ਕਿ ਜਦੋਂ ਉੱਡ ਜਾਂਦੀ ਹੈ ਨਾ, ਉਦੋਂ ਤਿੱਖੀ ਪੈਂਦੀ ਹੈ ਧੁੱਪ ਸਿਰ ਤੇ। ਔਰ ਜਦੋਂ ਧੁੱਪ ਪੈਂਦੀ ਸਿਰ ਤੇ, ਉਦੋਂ ਤੁਹਾਨੂੰ ਨਾ ਤਾਂ ਕੋਈ ਛਾਂਦਾਰ ਦਰਖਤ ਲੱਭਦਾ ਹੈ, ਨਾ ਹੀ ਕੋਈ ਹੋਰ ਚੀਜ਼ ਲੱਭਦੀ ਹੈ, ਓਟ ਆਸਰਾ ਲੱਭਦਾ ਹੈ। ਫਿਰ ਤੁਹਾਨੂੰ ਉਹ ਜਿਹੜੀ ਹੈ ਮੀਂਹ ਹਨੇਰੀ ਗੜੇ ਮਾਰ ਸਾਰੀ ਸਿਰ ਤੇ ਸਹਿਣੀ ਪੈਂਦੀ ਹੈ। ਫਿਰ ਤੁਹਾਨੂੰ ਅਸਲ ਵਿੱਚ ਜਿਹੜਾ ਫਾਦਰ ਕੀ ਚੀਜ਼ ਹੈ। ਹਾਂਜੀ, ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਿੰਨੀ ਦੇਰ ਤੱਕ ਇੱਕ ਆਨਸਰ ਬੈਕ ਪੈਨਲਟੀ ਹੁੰਦੀ ਸੀ ਨਾ ਜੀ, ਕਿ ਜਵਾਬ ਨਹੀਂ ਮੁੜ ਕੇ ਦੇਣਾ, ਬਹੁਤ ਵੱਡੀ ਗੱਲ ਕਹੀ ਜਾਂਦੀ ਸੀ, ਜਿਹੜੀ ਕਿ ਹੁਣ ਇੱਕ ਬਹੁਤ ਹੀ ਕਾਮਨ ਜਿਹਾ ਪ੍ਰਚਲਨ ਬਣ ਗਿਆ ਹੈਗਾ ਕਿ ਯੰਗਸਟਰ ਜਿਹੜੇ ਨੇ ਉਹ ਕਈ ਵਾਰੀ ਕਹਿੰਦੇ ਆ ਕਿ ਸਾਨੂੰ ਕੋਈ ਗੱਲ ਨਾ ਕਰੇ, ਸਾਨੂੰ ਕੋਈ ਟੋਕੇ ਨਾ, ਸਾਡੇ ਕੋਈ ਲਾਈਫ ਸਟਾਈਲ 'ਚ ਵਿਘਨ ਨਾ ਪਾਏ, ਸਾਡੇ ਕਮਰੇ 'ਚ ਕੋਈ ਆਉਂਦਾ ਹੈ ਤੇ ਉਹ ਨੌਕ ਕਰਕੇ ਆਏ, ਸਾਡੇ ਕੋਲ ਫੋਨ ਨਾ ਚੈੱਕ ਕਰੇ, ਸਾਡੇ ਕੋਲ ਕੋਈ ਹੋਰ ਫੇਸਬੁੱਕ ਪ੍ਰੋਫਾਈਲ ਵੱਲ ਤੇ ਵੇਖੀ ਕੋਈ ਨਾ, ਠੀਕ ਹੈ, ਇਸ ਤਰ੍ਹਾਂ ਦਾ ਹੈਗਾ। ਪਰ ਇੱਕ ਟਾਈਮ ਤੇ ਜਿਹੜਾ ਇਹ ਰਿਲੇਸ਼ਨਸ਼ਿਪ ਹੁੰਦਾ ਸੀ ਫਾਦਰ ਤੇ ਸਨ ਦਾ, ਖੁੱਲ੍ਹੀ ਕਿਤਾਬ ਹੁੰਦੀ ਸੀ। ਮੈਂ ਕੱਲ੍ਹ ਹੀ ਇੱਕ ਵਾਰਤਕ ਲਿਖੀ ਸੀ ਜਿਹੜੀ ਐਕਚੁਅਲ ਬੇਸ ਸੀ। ਇੱਕ ਟਾਈਮ ਹੁੰਦੇ ਸੀ ਕਿ ਖੇਤਾਂ 'ਚ ਮਿੱਟੀਓ ਮਿੱਟੀ ਹੋਏ ਪੁੱਤ ਨੂੰ ਬਾਪ ਆ ਕੇ ਕਹਿੰਦਾ ਸੀ ਕਿ ਜਾ ਕੇ ਬੰਬੀ ਤੋਂ ਮੂੰਹ ਹੱਥ ਧੋ ਲੈ ਤੇ ਪੱਗ ਚੱਜ ਦੀ ਬੰਨ ਲੈ ਤੇ ਘਰ ਤੈਨੂੰ ਵੇਖਣ ਆਏ।
ਤੇ ਉਹ ਸਵਾਲ ਨਹੀਂ ਕਰਦਾ ਕਿ ਮੈਨੂੰ ਸਵੇਰੇ ਕਿਉਂ ਨਹੀਂ ਦੱਸਿਆ। ਉਹ ਕਹਿੰਦਾ ਠੀਕ ਹੈ ਪਾਪਾ ਜੀ, ਆਪਾਂ ਚੱਲ ਜਾਂਦੇ ਹਾਂ। ਤੁਸੀਂ ਪਹਿਲਾਂ ਤਾਂ ਗੱਲ ਕੀਤੀ, ਪਹਿਲਾਂ ਦੀ ਗੱਲ। ਅੱਜ ਤੁਸੀਂ ਕਰਕੇ ਦੇਖੋ, ਤੁਸੀਂ ਕਿੱਦਾਂ ਸੈਟਲ, ਤੁਸੀਂ ਕਿੱਦਾਂ, ਤੁਹਾਡੀ ਹਿੰਮਤ ਕਿੱਦਾਂ ਕਿ ਸਾਡੇ ਮੇਰੀ ਏਜ ਏਡਾ ਵੱਡਾ ਮੇਰੇ ਬਾਰੇ ਫੈਸਲਾ ਕਰ ਦਿਓ ਤੇ ਸ਼ਾਰਟ ਨੋਟਿਸ ਤੇ ਤੁਸੀਂ ਮੈਨੂੰ ਕਹੋ ਮੈਂ ਨਹੀਂ ਜਾਣਾ ਚਾਹੁੰਦਾ। ਔਰ ਸੇਮ ਚੀਜ਼ ਬੇਟੀਆਂ ਦਾ ਵੀ ਹੈਗਾ, ਠੀਕ ਹੈ ਜੀ। ਸੋ ਆਹ ਚੀਜ਼ ਹੈ, ਹੁਣ ਮਾਹੌਲ ਚੇਂਜ ਹੋ ਗਿਆ, ਔਰ ਮਾਹੌਲ ਦੇ ਵਿੱਚ ਜਿਹੜੇ ਵਿੱਚ ਦੇ ਕਰੈਕਟਰ ਆ ਉਹ ਚੇਂਜ ਹੋ ਗਏ ਆ, ਕਰੈਕਟਰ ਕਿੱਦਾਂ ਬਿਹੇਵ ਕਰਦੇ ਆ ਉਹ ਬਿਹੇਵੀਅਰ ਚੇਂਜ ਹੋ ਗਿਆ। ਤੇ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਇਹ ਜਿਹੜੇ ਫਾਦਰਸ ਡੇ ਦਾ ਜਿਹੜਾ ਇੱਕ ਕਨਸੈਪਟ ਹੈ, ਇਹ ਫਾਰਮੈਲਿਟੀ ਜ਼ਿਆਦਾ ਹੋ ਗਈ ਹੈ। ਐਕਚੁਅਲ ਜਿਹੜਾ ਰਿਸਪੈਕਟ ਹੈ ਜਾਂ ਪਿਆਰ ਹੈ ਜਾਂ ਲਵ ਹੈ, ਉਹ ਮੈਂ ਜ਼ਿਆਦਾਤਰ ਦੇਖਿਆ ਹੈ ਕਿ ਉਦੋਂ ਹੀ ਸ਼ੋਅ ਕਰਦੇ ਲੋਕ ਜਦੋਂ ਫਾਦਰ ਦੁਨੀਆ ਤੇ ਨਹੀਂ ਹੁੰਦਾ। ਮੈਂ ਉਹੀ ਲੱਗਾ ਸੀ ਗੱਲ ਕਰਨ, ਜਿਸ ਕਲਚਰ ਦੇ ਵਿੱਚ ਅਸੀਂ ਹੁਣ ਰਹਿ ਰਹੇ ਹਾਂ, ਇਸ ਕਲਚਰ ਦੇ ਵਿੱਚ ਅਸੀਂ ਤਾਂ ਦੇਖੋ ਦੇਖੀ ਲੱਗ ਪੈਂਦੇ ਨਾ ਕਰਨ। ਮਦਰ ਡੇ ਵੀ ਮਨਾ ਲਿਆ, ਫਾਦਰ ਡੇ ਵੀ ਮਨਾ ਲਿਆ, ਕੁਝ ਹੋਰ ਦਿਨ ਵੀ ਇਦਾਂ ਦੇ ਹੈਗੇ ਆ ਜਿਹੜੇ ਅਸੀਂ ਦੂਜੇ ਲੋਕਾਂ ਦੇ ਵੱਲ ਵੇਖ ਕੇ ਸੈਲੀਬ੍ਰੇਟ ਕਰਨਾ ਸ਼ੁਰੂ ਕਰਤਾ। ਉਹਦੇ ਕੇਕ ਲੈਣ ਕੇ ਆਉਣ ਲੱਗ ਪਏ ਜਾਂ ਲੰਚ ਡਿਨਰ ਬਾਹਰ ਕਰ ਲਿਆ, ਇਸ ਤਰ੍ਹਾਂ ਦੀਆਂ ਗੱਲਾਂ। ਪਰ ਇਹ ਕਲਚਰ ਜਿਹਦੇ 'ਚ ਅਸੀਂ ਰਹਿ ਰਹੇ ਹਾਂ, ਇਹਨਾਂ ਨੇ ਇਸ ਗੱਲ ਦੀ ਇੰਪੋਰਟੈਂਸ ਕਿਉਂ ਸਮਝੀ, ਜਾਂ ਸਾਡੇ ਕਲਚਰ ਨਾਲੋਂ ਇਹ ਕਲਚਰ ਡਿਫਰੈਂਸ ਹੋਣ ਦੇ ਬਾਵਜੂਦ ਵੀ ਅਸੀਂ ਤਾਂ ਅਡਾਪਟ ਕਰ ਰਹੇ ਹਾਂ, ਪਰ ਕਿਉਂ ਕਰ ਰਹੇ ਹਾਂ? ਉਹਨਾਂ ਦੇ ਬਾਰੇ ਜਦੋਂ ਮੈਂ ਗੱਲ ਕੀਤੀ ਵੀ ਫਾਦਰ ਅਸਲ 'ਚ ਰਹਿੰਦੇ ਨਹੀਂ ਨਾਲ, ਜਾਂ ਬੱਚੇ ਫਾਦਰ ਨਾਲ ਰਹਿੰਦੇ ਨੇ, ਹੁਣ ਕਹਿਣਾ ਦੇ ਚਾਹੀਦਾ ਨਾ, ਤੇ ਬੱਚੇ ਵੀ ਫਾਦਰ ਨਾਲ ਰਹਿੰਦੇ। ਠੀਕ ਹੈ ਜੀ। ਮੈਂ ਤੁਹਾਨੂੰ ਇਸ ਚੀਜ਼ ਦਾ ਇੱਕ ਪ੍ਰਤੱਖ ਐਗਜ਼ਾਮਪਲ ਦੇਣਾ ਕਿ ਇੱਕ ਗੋਰੀ ਬੀਬੀ ਨਾਲ ਗੱਲਬਾਤ ਦਾ ਮੌਕਾ ਮਿਲਿਆ ਜੀ। ਕੋਈ ਰੈਂਟਲ ਕਲਾਇੰਟ ਸੀ ਤੇ ਰੈਂਟਲ ਕਰ ਦੇਣਾ ਸੀ ਉਹਨਾਂ ਨੇ। ਉਹਦੇ 11 ਬੱਚੇ, 12 ਹੋਣ ਵਾਲਾ, ਠੀਕ ਹੈ ਜੀ। ਤੇ ਅਸੀਂ ਪੁੱਛਿਆ ਨਹੀਂ, ਤੇ ਉਹਨੇ ਖੁਦ ਹੀ ਦੱਸਿਆ ਕਿ ਇਹਨਾਂ ਦੇ 4 ਬਾਪ ਨੇ। ਅੱਛਾ, ਠੀਕ ਹੈ ਜੀ। ਔਰ ਮੈਨੂੰ ਕਈ ਵਾਰੀ ਕਨਫਿਊਜ਼ਨ ਹੋ ਜਾਂਦਾ ਕਿ ਕਿਹੜਾ ਬੱਚਾ ਕਿਸ ਬਾਪ ਦਾ ਹੈਗਾ, ਠੀਕ ਹੈ ਜੀ। ਮੈਂ ਪੁੱਛਿਆ, ਮੈਂ ਕਿਹਾ ਇਹਨਾਂ ਨੇ ਕਦੀ ਪੁੱਛਿਆ ਨਹੀਂ ਕਿ ਸਾਡਾ ਡੈਡ ਕਿੱਥੇ ਆ? ਕਿ ਨਹੀਂ ਪੁੱਛਦੇ ਹੈਗੇ ਉਹ, ਠੀਕ ਹੈ ਜੀ। ਤੇ ਮੈਂ ਕਿਹਾ ਵੀ ਜਦੋਂ ਬੱਚੇ ਨੇ ਤੇ ਨਹੀਂ ਪੁੱਛਿਆ, ਜਾਂ ਜਿਹੜਾ ਇਹਦਾ ਐਕਚੁਅਲ ਬਾਪ ਹੈ ਉਹਨੇ ਕਦੀ ਆ ਕੇ ਦੇਖਿਆ? ਠੀਕ ਹੈ ਜੀ, ਵੀ ਕਿੱਥੇ ਹੈ ਮੇਰੇ ਬੱਚੇ? ਜਾਂ ਤੁਸੀਂ ਦੇਖੋ, ਅਸੀਂ ਉਸ ਕਲਚਰ ਚੋਂ ਆਏ ਹਾਂ ਜਿੱਥੇ ਸ਼ਾਮ ਨੂੰ ਅਗਰ 7 ਵਜੇ ਅਸੀਂ ਘਰੇ ਜਾਂਦੇ ਹੁੰਦੇ ਸੀ ਖੇਡ ਮਲ ਕੇ, 7 ਦੇ 7:15 ਵੱਜ ਜਾਂਦੇ ਸੀ ਤੇ ਲੱਭਣ ਆ ਜਾਂਦੇ ਸੀ ਪੇਰੈਂਟਸ ਨੂੰ ਜੀ। ਬਿਲਕੁਲ। ਮੈਂ ਕਿਹਾ ਇਹਨਾਂ ਨੂੰ ਕਦੀ ਪੁੱਛਿਆ ਨਹੀਂ ਇਹਦੇ ਬਾਪ ਨੇ ਆ ਗਏ? ਕਹਿੰਦੇ ਮੈਨੂੰ ਖੁਦ ਨਹੀਂ ਪਤਾ ਤਾਂ ਬਾਪ ਕਿੱਥੇ ਆ। ਠੀਕ ਹੈ ਜੀ। ਸੋ ਇਹ ਕਲਚਰ ਇੰਨਾ ਕੰਪਲੀਕੇਟਡ ਹੈ ਨਾ ਇਹਦੇ 'ਚ। ਔਰ ਜਿਹੜੇ ਬੱਚੇ ਨੇ ਇਸ ਮਾਹੌਲ 'ਚ ਰਹਿ ਕੇ ਜਵਾਨ ਹੋਣਾ, ਉਹ ਅੱਗੋਂ ਵੀ ਇਹੋ ਕੰਮ ਕਰੂਗਾ। ਉਹ ਪਹਿਲਾਂ ਇੱਕ ਲੇਡੀ ਦੇ ਨਾਲ ਬੱਚੇ ਪੈਦਾ ਕਰੂਗਾ, ਉਹਨੂੰ ਛੱਡੇਗਾ, ਫਿਰ ਦੂਜੀ ਦੇ ਨਾਲ ਹੋਏਗਾ, ਉੱਥੇ ਛੱਡੇਗਾ। ਪਰ ਅੰਡਰ ਲਾਈਫ ਵੀ ਤੇ ਜੀਊਗਾ ਨਾ। ਹਾਂਜੀ, ਨਹੀਂ ਸੁਖ ਸ਼ਾਂਤੀ ਨਹੀਂ। ਸੁਖ ਸ਼ਾਂਤੀ ਦੀ ਡੈਫੀਨੇਸ਼ਨ ਵੱਖਰੀ ਹੈ ਕਿਸੇ ਦੀ, ਠੀਕ ਹੈ ਜੀ। ਸੁਖ ਸ਼ਾਂਤੀ ਜਿਹੜੀ ਹੈ ਨਾ, ਸੁਖ ਸ਼ਾਂਤੀ ਇਹ ਹੈ ਕਿ ਮੇਰੇ ਕੋਲ ਗੱਡੀ ਹੋਏ, ਮੇਰੇ ਕੋਲ ਘਰ ਹੋਏ ਇੱਕ, ਉਹਦੇ ਫ੍ਰਿਜ ਭਰਿਆ ਹੋਏ ਤੇ ਬੀਅਰ ਦੀਆਂ ਬੋਤਲਾਂ ਪਈਆਂ ਹੋਣ, ਤੇ ਬਸ ਦੈਟਸ ਇਟ। ਜਾਂ ਮੇਰੇ ਕੋਲ ਮੀਨਸ ਹੋਣ ਕਿ ਮੈਂ ਬੀਚ ਤੇ ਜਾ ਕੇ ਆਪਣਾ ਇੰਜੋਏ ਕਰ ਸਕਾਂ, ਠੀਕ ਹੈ ਜੀ, ਦੈਟਸ ਇਟ। ਜ਼ਿਆਦਾਤਰ, ਮੈਂ ਸਾਰੇ ਨਹੀਂ ਕਹਿੰਦਾ, ਇਮੋਸ਼ਨਲੀ ਅਟੈਚ ਵੀ ਹੈਗੇ ਨੇ ਕਈ, ਬਹੁਤ ਸਾਡੇ ਵਾਂਗੂ ਬਹੁਤ ਹੈਗੇ ਨੇ। ਲੇਕਿਨ ਇਹ ਹੈ ਕਿ ਇਸ ਚੀਜ਼ ਨੂੰ, ਇਸ ਬਾਈਂਡਿੰਗ ਨੂੰ ਰੱਖਣ ਵਾਸਤੇ ਸਰਕਾਰ ਨੇ ਪੈਸੇ ਦੇਣੇ ਸ਼ੁਰੂ ਕਰਤੇ। ਅਗਰ ਬਾਪ ਚੜ੍ਹ ਕੇ ਚੱਲ ਜਾਂਦਾ ਜਾਂ ਮਾਂ ਚੜ੍ਹ ਕੇ ਚੱਲ ਜਾਂਦੀ ਤੇ ਇੱਕ ਧਿਰ ਤੇ ਰੱਖੇ, ਇਸ ਕਰਕੇ ਅਪ ਟੂ 18 ਈਅਰਸ ਕਿ ਮੈਨੂੰ ਪੈਸੇ ਆਉਣੇ ਇਹਦੇ, ਠੀਕ ਹੈ ਜੀ। ਔਰ ਉਸ ਪੀਰੀਅਡ ਦੇ ਦੌਰਾਨ ਕੁਝ ਪੇਰੈਂਟਸ ਤੇ ਪੈਸਿਆਂ ਦਾ ਖਿਆਲ ਕਰਦੇ, ਠੀਕ ਹੈ ਜੀ। ਔਰ ਕੁਝ ਪੇਰੈਂਟਸ ਐਸੇ ਹੈ ਜਿਹੜੇ, ਕੁਝ ਮਾਂ ਜਾਂ ਬਾਪ ਐਸੇ ਹੈ ਜਿਹੜੇ ਪੈਸਿਆਂ ਦੇ ਨਾਲ ਨਾਲ ਉਹਦੇ ਨਾਲ ਇੱਕ ਇਮੋਸ਼ਨਲ ਬੌਂਡਿੰਗ ਵੀ ਕ੍ਰੀਏਟ ਕਰਕੇ ਰੱਖਦੇ ਆ। ਮੈਂ ਖੁਦ ਦੇਖਿਆ, ਠੀਕ ਹੈ ਜੀ। ਜਦੋਂ ਇਮੋਸ਼ਨਲ ਬੌਂਡਿੰਗ ਕ੍ਰੀਏਟ ਹੁੰਦੀ ਹੈ ਨਾ ਤੁਹਾਡੀ ਔਲਾਦ ਦੇ ਨਾਲ ਤੁਹਾਡੀ, ਤੇ ਫਿਰ ਤੁਹਾਨੂੰ ਇੱਕ ਜਿਗਿਆਸਾ ਜਾਗਦੀ ਹੈ ਤੁਹਾਡੇ ਅੰਦਰ ਕਿ ਜਿਸ ਤਰ੍ਹਾਂ ਮੈਂ ਸਫ਼ਰ ਕੀਤਾ ਇਹ ਨਾ ਕਰੇ, ਇਹਨੂੰ ਪੜ੍ਹਾਇਆ ਜਾਏ। ਬਿਲਕੁਲ, ਠੀਕ ਹੈ ਜੀ। ਸਕੂਲ ਜਾਇਆ ਜਾਏ, ਇਹ ਕਿਤੇ ਡਰੱਗਾਂ 'ਚ ਨਾ ਪੈ ਜਾਏ, ਇਹ ਕਿਤੇ ਗਲਤ ਗੈਂਗਾਂ 'ਚ ਨਾ ਪੈ ਜਾਏ। ਉਹ ਉਸ ਤਰ੍ਹਾਂ ਨਾਲ ਕੇਅਰ ਕਰਦੇ ਗੋਰੇ ਵੀ ਮੈਂ ਵੇਖੇ ਆ, ਠੀਕ ਹੈ ਜੀ। ਔਰ ਜਦੋਂ ਉਹ ਤੁਹਾਡੀ ਇਸ ਤਰ੍ਹਾਂ ਦੀ ਬੌਂਡਿੰਗ ਕ੍ਰੀਏਟ ਹੋ ਜਾਂਦੀ ਹੈ ਨਾ, ਤੇ ਫਿਰ ਬੱਚੇ ਕੁਛ ਨਾ ਕੁਛ ਬਣ ਕੇ ਨਿਕਲਦੇ ਆ, ਠੀਕ ਹੈ ਜੀ। ਔਰ ਇੱਥੇ ਕਲੈਰਿਟੀ ਇਹ ਹੈ ਕਿ
ਇਹ ਨਹੀਂ ਹੈ ਕਿ 2 ਕਿੱਲੇ ਵੇਚ ਲਏ ਤੇ ਤੈਨੂੰ ਮੈਂ ਤੇਰੀ ਫੀਸ ਦੇ ਦਾਂਗੀ। 2 ਕਿੱਲੇ ਵੇਚ ਕੇ ਤੇ ਤੇਰੇ ਮੈਂ ਹੋਸਟਲ ਵਧੀਆ ਲੈ ਦਾਂਗੀ ਜਾਂ ਵਧੀਆ ਕਾਲਜ 'ਚ। ਜੋ ਕੁਝ ਕਰਨਾ ਤੈਨੂੰ ਆਪ ਕਰਨਾ ਪੈਣਾ। ਜਾਂ ਵਿਆਹ ਕਰ ਦਾਂਗੇ, ਜੋ ਕੁਝ ਕਰਨਾ ਤੈਨੂੰ ਆਪ ਕਰਨਾ ਪੈਣਾ। ਔਰ ਆਪ ਕਿੱਦਾਂ ਕਰਦੇ ਆ? ਮੈਂ ਜਦੋਂ ਕੈਨੇਡਾ 'ਚ ਨਵਾਂ ਆਇਆ ਸੀ, ਮੈਂ ਫੈਕਟਰੀ 'ਚ, ਇੱਕ ਫਾਈਬਰ ਗਲਾਸ ਦੀ ਫੈਕਟਰੀ 'ਚ ਕੰਮ ਕਰਦਾ ਸੀ, ਤੇ ਉੱਥੇ ਯੰਗਸਟਰ ਸੋਹਣੇ ਸੋਹਣੇ ਗੋਰੇ, ਮਤਲਬ ਯੰਗਸਟਰ, ਉਹ ਕੰਮ ਕਰਨ ਆਉਂਦੇ ਸੀ। ਤੇ ਮੈਂ ਸੋਚਦਾ ਸੀ, ਮੈਂ ਇੱਕ ਵਰਸ਼ਨ ਲੈ ਕੇ ਆਇਆ, ਇੱਕ ਨਰੇਸ਼ਨ ਲੈ ਕੇ ਆਇਆ ਸੀ ਇੰਡੀਆ ਤੋਂ, ਕਿ ਚਿੱਟੀ ਚਮੜੀ ਬਹੁਤ ਅਮੀਰ ਹੁੰਦੀ ਹੋਣੀ ਹੈ। ਪਰ ਜਦੋਂ ਮੈਂ ਉਹਨਾਂ ਨੂੰ ਕੰਮ ਕਰਦਾ ਵੇਖਦਾ ਸੀ ਆਪਣੇ ਨਾਲ, ਇੱਕ ਤੇ ਮੈਨੂੰ ਕੌਨਫੀਡੈਂਸ ਵੱਧਦਾ ਸੀ ਕਿ ਅਸੀਂ ਬਾਹਰੋਂ ਆ ਕੇ ਇਹਨਾਂ ਦੇ ਬਰਾਬਰ ਕੰਮ ਕਰ ਰਹੇ ਹਾਂ। ਇੱਕ ਉਹਨਾਂ ਦਾ ਤਰਸ ਆਉਂਦਾ ਸੀ ਕਿ ਇਹ ਯਾਰ ਇੱਥੇ ਜੰਮ ਪਲ ਕੇ ਵੀ ਸਾਡੇ ਵਾਂਗੂ ਫੈਕਟਰੀ 'ਚ ਧੱਕੇ ਖਾ ਰਹੇ ਆ। ਉਹ ਰੀਜ਼ਨ ਕੀ ਸੀ ਕਿ ਪੇਰੈਂਟਸ ਨੇ ਕੱਢਿਆ ਸੀ ਬਾਹਰ ਕਿ ਤੁਸੀਂ ਆਪਣੀ ਫੀਸ ਆਪ ਕਰਨੀ ਹੈ, ਆਪਦਾ ਰੋਟੀ ਪਾਣੀ ਦਾ ਜੁਗਾੜ ਆਪ ਕਰਨਾ, ਜੋ ਕਰਨਾ ਸੀ ਕਰ ਚੁੱਕੇ ਹਾਂ। ਹਾਂਜੀ, ਕਰ ਚੁੱਕੇ ਹਾਂ। ਠੀਕ ਹੈ ਜੀ, ਸਾਡੀ ਡਿਊਟੀ ਖਤਮ ਹੋ ਗਈ। ਸਖੀ ਨਾਲੋਂ ਸੂਮ ਚੰਗਾ, ਹੈ ਨਾ, ਇੱਕ ਪੰਜਾਬੀ ਦੀ ਕਹਾਵਤ ਹੈ। ਠੀਕ ਹੈ ਜੀ। ਸੋ ਇਸ ਤਰ੍ਹਾਂ ਦਾ ਕਲਚਰ ਜਿਹੜਾ ਇੱਥੇ ਐਗਜ਼ਿਸਟ ਕਰਦਾ ਹੈ ਮੋਸਟ ਆਫ ਦਾ ਕੰਟਰੀਜ਼, ਯੂਰਪ ਲਾ ਲਓ ਚਾਹੇ ਅਮਰੀਕਾ ਲਾ ਲਓ ਚਾਹੇ, ਠੀਕ ਹੈ ਜੀ। ਲੇਕਿਨ ਹੁਣ ਇੱਕ ਚੇਂਜ ਕੀ ਆਈ ਹੈ ਕਿ ਸਾਡੇ ਵੀ ਜਿਹੜੇ ਰਿਲੀਜਨ ਦੇ ਬੰਦੇ ਆ, ਸਾਡੇ ਵੀ ਕਮਿਊਨਿਟੀ ਦੇ ਬੰਦੇ ਜਿਹੜੇ, ਉਹ ਇਸ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿ ਠੀਕ ਹੈ ਜੀ, ਆਪਾਂ ਤੁਹਾਨੂੰ ਸਪੋਰਟ ਕਰਦੇ ਹਾਂ, ਕਿਉਂਕਿ ਖਾਦਿਆਂ ਦੇ ਖੂਹ ਮੁੱਕ ਜਾਂਦੇ ਐਮਪੀ ਸਿੰਘ ਜੀ। ਠੀਕ ਹੈ ਜੀ। ਹੁਣ ਇੱਕ ਵਾਰੀ ਫੀਸ, ਇੱਕ ਵਾਰੀ ਤੁਸੀਂ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਇੱਥੇ ਲੈਣ ਦੀ, ਇੱਕ ਵਧੀਆ ਘਰ ਖਰੀਦ ਲਿਆ ਜਾਂ ਤੁਸੀਂ ਕੋਈ ਵਧੀਆ ਗੱਡੀ ਖਰੀਦ ਲਈ, ਤੁਹਾਡਾ ਮਨੀ ਬੈਕਅਪ ਤੇ ਖਤਮ ਹੋ ਗਿਆ। ਹੁਣ ਜੇ ਤੁਹਾਡੀ ਔਲਾਦ ਕਹਿੰਦੀ ਹੈ ਕਿ ਮੈਨੂੰ ਡੈਡ 50,000 ਦੀ ਗੱਡੀ ਲੈ ਕੇ ਦਿਓ, ਤੇ ਫਿਰ ਤੁਸੀਂ ਇਹੋ ਜਵਾਬ ਦੇਣ ਵਾਸਤੇ ਬਾਉਂਡ ਹੋਵੋਗੇ ਕਿ ਬੇਟਾ ਆਪ ਕਮਾਓ। ਹੁਣ ਸਾਡੇ ਵਾਸਤੇ ਤੇ ਆਪ ਅਸੀਂ ਘਰ ਦੀ ਬਿੱਲ ਬੱਤੀਆਂ ਦੇਣੀਆਂ ਨੇ, ਹੋਰ ਕੰਮ ਕਰਨਾ। ਤੁਸੀਂ ਜੇ ਇਹ ਚਾਹੁੰਦੇ ਹੋ ਤਾਂ ਯੂ ਹੈਵ ਟੂ ਅਰਨ ਬਾਈ ਯੋਰਸੈਲਫ। ਠੀਕ ਹੈ ਜੀ। ਸੋ ਆਹ ਚੀਜ਼ ਜਿਹੜੀ ਸਾਡੀ ਕਮਿਊਨਿਟੀ 'ਚ ਮੈਂ ਚੇਂਜ ਦੇਖੀ ਹੋਈ ਹੈ। ਜਿਹੜਾ ਜੀ ਇੱਕ ਹੋਰ ਕਲਚਰ ਦੀ ਆਪਾਂ ਗੱਲ ਕਰ ਲਈਏ, ਇੰਡੀਆ ਦੇ ਵਿੱਚ ਜਦੋਂ ਕਿਸੇ ਦੀ ਪਛਾਣ ਹੁੰਦੀ ਸੀਗੀ, ਸਵਾਏ ਨਾਨਕੇ ਪਿੰਡ ਤੋਂ, ਨਾਨਕੇ ਪਿੰਡ ਜਦੋਂ ਤੁਸੀਂ ਜਾਂਦੇ ਹੋ ਤੇ ਉੱਥੇ ਪੁੱਛਦਾ ਕੋਈ ਵੀ ਭਾਈ ਤੂੰ ਕੌਣ ਹੈ, ਤੇ ਫਿਰ ਮਾਂ ਦੇ ਨਾਂ ਨਾਲ ਪਛਾਣ ਹੁੰਦੀ ਹੈ। ਪਰ ਹੋਰ ਸਾਰੇ ਜਗ੍ਹਾ ਤੇ ਬਾਪ ਦੇ ਨਾਂ ਨਾਲ ਪਛਾਣ ਹੁੰਦੀ। ਇੰਡੀਆ ਵਿੱਚ ਜਦੋਂ ਸਰਟੀਫਿਕੇਟ ਪੜ੍ਹਦੇ ਨਹੀਂ, ਸਰਟੀਫਿਕੇਟ, ਸਕੂਲ ਸਰਟੀਫਿਕੇਟ ਮਿਲਣੇ ਜਾਂ ਯੂਨੀਵਰਸਿਟੀ ਸਰਟੀਫਿਕੇਟ ਮਿਲਣੇ, ਉੱਥੇ ਸਨ ਆਫ ਹੀ ਲਿਖਿਆ ਹੁੰਦਾ ਸੀ। ਸਨ ਆਫ ਜਾਣੀ ਮਤਲਬ ਫਾਦਰ। ਬਹੁਤ ਤਰੱਦਦ ਤੋਂ ਬਾਅਦ, ਬਹੁਤ ਕੋਸ਼ਿਸ਼ਾਂ ਤੋਂ ਬਾਅਦ, ਲੰਬੇ ਸੰਘਰਸ਼ ਤੋਂ ਬਾਅਦ ਗੌਰਮੈਂਟ ਨੂੰ ਮਜਬੂਰ ਹੋ ਕੇ ਇਹ ਫੈਸਲਾ ਕਰਨਾ ਪਿਆ ਕਿ ਜਿੱਥੇ ਬਾਪ ਦਾ ਨਾਮ ਲਿਖਿਆ ਜਾਂਦਾ ਉੱਥੇ ਮਾਂ ਦਾ ਨਾਮ ਵੀ ਲਿਖਿਆ। ਪਰ ਹੁਣ ਕੈਨੇਡਾ ਦੀ ਗੱਲ ਕਰ ਲਈ, ਇੱਥੇ ਬੱਚਾ ਪੈਦਾ ਹੁੰਦਾ, ਤੁਸੀਂ ਉਹਦੇ ਲਈ ਸਰਟੀਫਿਕੇਟ, ਬਰਥ ਸਰਟੀਫਿਕੇਟ ਅਪਲਾਈ ਕਰਦੇ ਹੋ, ਆਪਸ਼ਨਲ ਹੈ ਕਿ ਤੁਸੀਂ ਮਾਂ ਦਾ ਨਾਮ ਲਿਖਣਾ ਕਿ ਬਾਪ ਦਾ ਨਾਮ ਲਿਖਣਾ, ਕਿ ਦੋਨੋਂ ਨਹੀਂ ਲਿਖਣਾ। ਕਲਚਰ ਤਾਂ ਬੜਾ ਡਿਫਰੈਂਟ ਹੈਗਾ ਨਾ ਜੀ ਸਾਰਾ ਕੁਝ। ਗੱਲ ਤਾਂ ਇਹਦੀ ਵੀ ਜਦੋਂ ਤੁਹਾਨੂੰ, ਮੈਂ ਜਿਹੜਾ ਜਿਸ ਪਾਸੇ ਤੁਹਾਡਾ ਧਿਆਨ ਲਿਆਉਣਾ ਚਾਹੁੰਦਾ ਉਹ ਇਹ ਹੈ ਕਿ ਜੇ ਮਾਂ ਬਾਪ ਦੇ ਨਾਲ ਜਾਂ ਖਾਸ ਕਰਕੇ ਬਾਪ ਨਾਲ ਉਸ ਤਰੀਕੇ ਦੇ ਇਮੋਸ਼ਨਸ ਨਹੀਂ ਹੈ, ਜਿਹੜੀ ਤੁਸੀਂ ਪਹਿਲਾਂ ਇੱਕ ਗੱਲ ਦੱਸ ਕੇ ਹਟੇ ਹੋ ਕਿ ਉਹ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਬਾਪ ਕੌਣ ਹੈ, ਈਵਨ ਮਾਂ ਨੂੰ ਨਹੀਂ ਪਤਾ ਕਿ ਇਹਨਾਂ ਦਾ ਬਾਪ ਕੌਣ ਹੈ, ਤੇ ਉਹਨਾਂ ਦੇ ਇਮੋਸ਼ਨਸ ਜਿਹੜੇ ਹੈਗੇ ਆ, ਉਹ ਇੱਕ ਬਾਪ ਵਾਲੀ ਜਿਹੜੀ ਜ਼ਿੰਮੇਵਾਰੀ ਉਹ ਦੂਜੇ ਬੱਚਾ ਸਮਝਦਾ ਕਿ ਇਹ ਮੇਰਾ ਬਾਪ ਹੈ, ਇਹ ਮੇਰਾ ਟੇਕ ਕੇਅਰ ਕਰਦਾ, ਮੇਰੀ ਕੇਅਰ ਟੇਕਰ ਹੈ ਮੇਰਾ, ਇਹਨੇ ਮੈਨੂੰ ਚੰਗੇ ਮਾੜੇ ਕੰਮ ਲਈ ਗਾਈਡ ਕਰਨਾ, ਇਹਨੇ ਮੈਨੂੰ ਵਰਜਨਾ ਵੀ ਆ ਤੇ ਸਲਾਹ ਵੀ ਚੰਗੀ ਦੀ ਨੇਕ ਦੇਣੀ ਆ। ਜਿਹਦੇ ਬਾਪ ਦਾ ਪਤਾ ਹੀ ਨਹੀਂ ਹੈ ਬੱਚੇ ਨੂੰ, ਉਹਨੂੰ ਇਦਾਂ ਦਾ ਕਿੱਥੋਂ ਇਹ ਗੱਲ ਕਿੱਥੋਂ ਪਤਾ ਲੱਗੂਗੀ ਕਿ ਜ਼ਿੰਦਗੀ ਕੀ ਹੁੰਦੀ ਹੈ। ਬਿਨਾਂ ਸ਼ੱਕ ਮਾਂ ਦਾ ਵੀ ਬਹੁਤ ਵੱਡਾ ਰੋਲ ਆ, ਪਰ ਬਾਪ ਦਾ ਮੈਂ ਸਮਝਦਾ ਜ਼ਿਆਦਾ ਰੋਲ ਹੈ। ਜਦੋਂ ਇਹੋ ਜਿਹੇ ਬੱਚਿਆਂ ਨੂੰ ਪਤਾ ਨਹੀਂ ਹੋਊਗਾ ਤੇ ਕੱਲ ਨੂੰ ਉਹ ਫਾਦਰ ਡੇ ਕੀ ਸੈਲੀਬ੍ਰੇਟ ਕਰਨਗੇ। ਹਾਂ, ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਔਰ ਮੈਂ ਪ੍ਰੈਕਟੀਕਲ ਐਗਜ਼ਾਮਪਲਸ ਕਈ ਦੇਖੀਆਂ ਆਪਣੇ ਸਾਹਮਣੇ ਹੁੰਦੀਆਂ ਕਿ ਬੱਚਾ ਰੋ ਰਿਹਾ, ਕੰਨ ਦੇ ਲਾਗੇ ਲੱਗ ਕੇ ਰੋ ਰਿਹਾ, ਤੇ ਮੈਂ ਪੁੱਛਿਆ ਕਿਉਂ ਰੋ ਰਿਹਾ, ਕਹਿੰਦਾ ਡੈਡ ਉਹਦਾ, ਸਿੰਗਲ ਡੈਡ ਜਿਹੜਾ, ਉਹ ਕਹਿ ਰਿਹਾ ਮਾਂ ਨੂੰ ਯਾਦ ਕਰ ਰਿਹਾ ਆਪਣੀ। ਤੇ ਮੈਂ ਕਿਹਾ ਮਾਂ ਕਿੱਥੇ ਆ? ਆਪਣੇ ਬॉयਫ੍ਰੈਂਡ ਦੇ ਨਾਲ। ਠੀਕ ਹੈ। ਔਰ ਜਿਹੜਾ ਸਿੰਗਲ ਬਾਪ ਹੈ ਉਹਦੀ ਗਰਲਫ੍ਰੈਂਡ ਵੀ ਲਾਗੇ ਬੈਠੀ ਹੋਈ ਹੈ। ਉਹ ਮੈਂ ਸੋਚ ਰਿਹਾ ਹੁੰਦਾ ਕਿ ਇਹ ਬੱਚੇ ਦੀ ਮਾਨਸਿਕਤਾ ਕਿੰਨੀ ਕਨਫਿਊਜ਼ ਹੁੰਦੀ ਹੋਏਗੀ ਕਿ ਮੇਰੀ ਐਕਚੁਅਲ ਮਾਂ ਕਿੱਥੇ ਹੈ, ਔਰ ਮੇਰਾ ਡੈਡ ਜਿਹੜਾ ਜਿਸ ਦੇ ਨਾਲ, ਜਿਸ ਦੇ ਅਗੋਸ਼ 'ਚ ਬੈਠਾ ਹੈ, ਉਹ ਮੇਰੀ ਮਾਂ ਹੈ ਨਹੀਂ। ਤੇ ਉਹ ਆਪਣੇ ਬਾਰੇ ਕੀ ਸੋਚਦਾ ਹੋਏਗਾ? ਉਸੇ ਮਾਨਸਿਕਤਾ 'ਚ ਵੱਡਾ ਹੋ ਕੇ ਉਹ ਹੀ ਫਿਰ ਉਹ ਕੰਮ ਕਰੂਗਾ। ਠੀਕ ਹੈ ਜੀ। ਉਹ ਇੱਕ ਗਰਲਫ੍ਰੈਂਡ ਬਣਾ ਕੇ ਉੱਥੋਂ ਬੱਚੇ ਪੈਦਾ ਕਰੇਗਾ,
ਫਿਰ ਦੂਜੇ ਨਾਲ ਦੂਜੀ ਗਰਲਫ੍ਰੈਂਡ ਜਿਹੜੀ ਆ ਉਹਦੇ ਨਾਲ ਵੀ, ਪਰ ਉਹਨੂੰ ਇਹ ਹਿਸਾਬ ਕਿਤਾਬ ਨਹੀਂ ਹੋਏਗਾ ਮੇਰੇ ਬੱਚੇ ਕਿੰਨੇ ਹੈਗੇ ਆ। ਤਾਂ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਲਿਬਰਟੀ ਜਿਹੜੀ ਹੈ ਜਾਂ ਕਲਚਰ ਜਿਹੜਾ ਹੈ ਉਹ ਜਾਨਵਰਾਂ ਦਾ ਤੇ ਇਨਸਾਨਾਂ ਦਾ ਜਿਹੜਾ ਫਰਕ ਹੈ ਉਹ ਕਈ ਜਗ੍ਹਾ ਤੇ ਮਿਟ ਗਿਆ, ਖਤਮ ਹੋ ਗਿਆ। ਠੀਕ ਹੈ ਜੀ। ਪ੍ਰਵਿਰਤੀ ਹੁਣ ਦੇਖੋ, ਇੱਕ ਨਾਰਮਲ ਜਿਹਾ ਦਿਸਦਾ ਬੰਦਾ, ਬੱਚਾ ਜਿਹੜਾ ਹੈਗਾ ਉਹ ਅੰਦਰੋਂ ਇੰਨਾ ਬਿਮਾਰ ਹੈ, ਟੁੱਟਿਆ ਹੋਇਆ ਹੈ ਕਿ ਡਾਕਟਰ ਕਹਿੰਦੇ ਕਿ ਕੋਈ ਬਚ ਕੇ ਰਹੋ, ਇਹ ਕਿਸੇ ਨੂੰ ਵੀ ਕਤਲ ਕਰ ਸਕਦਾ ਹੈ। ਮੇਰਾ ਕੁਐਸਚਨ ਹੁੰਦਾ ਕਿ ਇਹ ਤੇ ਠੀਕ ਹੈ, ਨਾਰਮਲ ਦਿਸਦਾ ਹੈਗਾ, ਨਹੀਂ ਨਾਰਮਲ ਨਹੀਂ ਹੈ, ਇਹਦੇ ਅੰਦਰ ਭਾਂਬੜ ਬੱਚੇ ਹੋਏ, ਅੱਗ ਬਲਦੀ ਪਈ ਜਵਾਲਾਮੁਖੀ ਨੇ। ਠੀਕ ਹੈ ਜੀ। ਤਾਂ ਹੀ ਤੁਸੀਂ ਕਦੇ ਦੇਖਿਆ ਹੋਵੇਗਾ ਕਿ ਬੱਸ ਸਟਾਪਾਂ ਤੇ, ਬੱਸ ਬੂਥਾਂ ਤੇ, ਬੱਸ ਬੈਂਚਸ ਤੇ ਆਰਾਮ ਨਾਲ ਤੁਹਾਡੇ ਲਾਗੇ ਕੋਈ ਬੰਦਾ ਤੁਹਾਨੂੰ ਸਟੈਪ ਕਰ ਦਿੰਦਾ। ਮਾਨਸਿਕਤਾ ਇੰਨੀ ਡਿਸਟਰਬ ਹੋਈ ਹੁੰਦੀ ਹੈ ਸ਼ੁਰੂ ਤੋਂ ਲੈ ਕੇ ਕਿ ਉਹਨਾਂ ਨੂੰ ਪਤਾ ਨਹੀਂ ਕਿ ਬਾਪ ਦੀ ਡੈਫੀਨੇਸ਼ਨ ਕੀ ਹੈ। ਬਾਪ ਦੀ, ਇੱਕ ਬਾਪ ਜਿਹੜਾ ਹੈ ਉਹ ਤੁਹਾਡੇ, ਅਸੀਂ ਦੇਖਿਆ ਹੈਗਾ ਕਿ ਜੇ ਸਵੇਰੇ ਕੰਮ ਤੇ ਜਾਣ ਲੱਗਿਆ ਬੱਚਾ ਰੋ ਰਿਹਾ ਹੈ ਕਿ ਮੈਨੂੰ ਫਲਾਣਾ ਅੱਜ ਦੀਵਾਲੀ ਹੈ, ਮੈਨੂੰ ਇੰਨੇ ਪਟਾਕੇ ਚਾਹੀਦੇ ਆ, ਇੰਨੀ ਮਠਿਆਈ ਚਾਹੀਦੀ ਹੈ, ਇੰਨੇ ਖਿਡੌਣੇ ਚਾਹੀਦੇ ਆ, ਤੇ ਬਾਪ ਸਾਈਕਲ ਤੇ ਪੈਡਲ ਮਾਰਦਾ ਸੋਚਦਾ ਕਿ ਹੁਣ ਮੈਂ ਕੀ ਕਰਾਂ, ਪੈਸੇ ਹੈ ਨਹੀਂ ਤੇ ਬੱਚੇ ਨੇ ਮੰਗੇ ਹੈਗੇ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਲੈ ਕੇ ਆਉਂਦਾ ਹੈ ਔਰ ਜਾਂਦਿਆਂ ਦੇਖਦਾ ਕਿ ਬੱਚਾ ਸੌਂ ਗਿਆ ਹੁੰਦਾ, ਕੇ ਅਥਰੂ ਸੁੱਕੇ ਹੁੰਦੇ ਉਹਦੇ। ਠੀਕ ਹੈ ਜੀ। ਉਹ ਫਿਰ ਕੀ ਕਰਦਾ, ਜੋ ਕੁਝ ਵੀ ਇਕੱਠਾ ਕੀਤਾ ਹੁੰਦਾ ਉਹਦੇ ਸਰਾਣੇ ਥੱਲੇ ਉਹ ਉੱਠ ਕੇ ਦੇਖਦਾ ਹੈ ਤੇ ਉਹਦੇ ਅੱਖਾਂ 'ਚ ਇੱਕ ਖੁਸ਼ੀ ਹੁੰਦੀ ਹੈ, ਇੱਕ ਚਾਹ ਹੁੰਦਾ ਹੈ, ਇੱਕ ਯੂਫੋਰੀਆ ਹੁੰਦਾ ਹੈਗਾ। ਠੀਕ ਹੈ ਜੀ। ਉਹ ਜਿਹੜਾ ਖੁਸ਼ੀ, ਚਾਹ ਤੇ ਜਿਹੜਾ ਉਹ ਇੰਜੋਇਮੈਂਟ ਹੈ ਬੱਚੇ, ਉਹੀ ਬਾਪ ਦੀ ਜ਼ਿੰਦਗੀ ਹੈ ਜੀ। ਉਹਨੂੰ ਵੇਖ ਕੇ ਉਹ ਖੁਸ਼ ਹੈ। ਸੇਮ ਚੀਜ਼ ਮਾਂ ਦੇ ਨਾਲ ਹੈਗੀ ਹੈ। ਸੋ ਆਹ ਚੀਜ਼ ਜਿਹੜੀ ਹੈ ਨਾ, ਇਹ ਵੈਸਟਰਨ ਕਲਚਰ ਦੇ ਵਿੱਚ ਮੈਂ ਨਹੀਂ ਕਹਿੰਦਾ 100% ਖਤਮ ਹੈ, ਲੇਕਿਨ ਹੈ ਮੈਜੋਰਿਟੀ ਜਿਹੜੀ ਹੈ ਨਾ। ਜਿਉਂਦੇ ਦੀ ਗੱਲ ਫਿਰ ਉੱਥੇ ਆ ਗਈ ਕਿ ਅੱਜ ਫਾਦਰਸ ਡੇ ਤੇ ਜਿੱਥੇ ਅਸੀਂ ਆਪਦੇ ਪਰਿਵਾਰਾਂ ਦੇ ਵਿੱਚ ਜਾਂ ਸਟੂਡੀਓ 'ਚ ਬੈਠ ਕੇ ਦਰਸ਼ਕਾਂ ਦੇ ਸਾਹਮਣੇ ਗੱਲ ਕਹਿੰਦੇ ਆ ਜਾਂ ਉਹਨਾਂ ਨੂੰ ਗ੍ਰੀਟ ਕਰਦੇ ਆ, ਹੈਪੀ ਫਾਦਰਸ ਡੇ ਕਹਿੰਦੇ ਆ, ਇਹਦੇ ਲਈ ਜਿਹੜੀਆਂ ਅਸੀਂ ਚਿੰਤਾਵਾਂ ਦਾ ਜ਼ਿਕਰ ਹੁਣ ਕੀਤਾ, ਚਿੰਤਾਵਾਂ ਪ੍ਰਗਟ ਕੀਤੀਆਂ ਹੈਗੀਆਂ, ਇਹਦੇ ਲਈ ਸਰਕਾਰ ਤਾਂ ਜ਼ਿੰਮੇਵਾਰ ਨਹੀਂ ਹੈ, ਸੁਸਾਇਟੀ ਜ਼ਿੰਮੇਵਾਰ। ਸੁਸਾਇਟੀ ਜਿਹੜੀ ਆ ਉਹ ਮੈਨੂੰ ਨਹੀਂ ਲੱਗਦਾ ਕਦੀ ਉਹਨਾਂ ਨੇ ਇਸ ਟੌਪਿਕ ਤੇ ਕਦੀ ਕੋਈ ਬੈਠ ਕੇ ਚਰਚਾ ਕੀਤੀ ਹੋਵੇ ਕਿ ਆਹ ਸਾਰਾ ਕੁਛ ਏਦਾਂ ਹੋ ਰਿਹਾ ਜਿਹੜਾ ਆਉਣ ਵਾਲੇ ਸਮੇਂ ਵਾਸਤੇ ਨੁਕਸਾਨਦਾਇਕ ਹੋ ਸਕਦਾ, ਘਾਤਕ ਹੋ ਸਕਦਾ, ਇਹਦੇ ਨਤੀਜੇ ਮਾੜੇ ਹੋ ਸਕਦੇ। ਮੈਨੂੰ ਨਹੀਂ ਲੱਗਦਾ ਕਦੀ ਸੋਸਾਇਟੀ ਨੇ ਇਸ ਤਰੀਕੇ ਨਾਲ ਸੋਚਿਆ ਹੋਵੇ। ਮੈਂ ਵੀ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਕਿ ਅਕਸਰ ਮੈਂ ਸੋਚਦਾ ਹੁੰਦਾ ਕਿ ਅੱਜ ਫਾਦਰਸ ਡੇ ਹੈ, ਮਦਰ ਡੇ ਹੈ, ਤੇ ਜ਼ਰੂਰ ਜਿਹੜੇ ਡਿਟੀਰੀਓਰੇਟ ਹੁੰਦੇ ਨੇ ਰਿਲੇਸ਼ਨਸ਼ਿਪ, ਇਹਨਾਂ ਤੇ ਕੋਈ ਪੈਨਲ ਡਿਸਕਸ਼ਨ ਚੱਲਦੀ ਹੋਏਗੀ ਕਿਸੇ ਚੈਨਲ ਤੋਂ। ਠੀਕ ਹੈ ਜੀ। ਜਾਂ ਕੋਈ ਪੈਨਲਿਸਟ, ਗਰੁੱਪ ਆਫ ਪੈਨਲਿਸਟ ਦੇ ਬਾਰੇ ਕੋਈ ਡਿਸਕਸ਼ਨ ਕਰਦਾ ਹੋਏਗਾ, ਪਰ ਮੈਂ ਨਹੀਂ ਦੇਖਿਆ ਹੈਗਾ। ਉਹ ਰੀਜ਼ਨ ਇਹ ਹੈ, ਇਸ ਡਿਸਕਸ਼ਨ ਦੇ ਨਾ ਹੋਣ ਪਿੱਛੇ ਰੀਜ਼ਨ ਇਹ ਹੈ ਕਿ ਇਹ ਸੁਸਾਇਟੀ ਨੇ ਮੰਨ ਲਿਆ ਹੈਗਾ ਕਿ ਇੱਥੇ ਡਿਵੋਰਸ ਵੀ ਕਾਮਨ ਹੈਗੇ। ਨਹੀਂ, ਮਤਲਬ ਉਹਨਾਂ ਨੂੰ ਇਹ ਪ੍ਰੋਬਲਮ ਲੱਗਦੀ ਨਹੀਂ ਹੈ ਪ੍ਰੋਬਲਮ। ਹਾਂਜੀ, ਉਹਨਾਂ ਨੂੰ ਲੱਗਦੀ ਨਹੀਂ ਕਿ ਇਹ ਬੜੀ ਵੱਡੀ ਪ੍ਰੋਬਲਮ ਹੈ। ਜਦੋਂ ਕਿ ਇਹ ਇਮੋਸ਼ਨਲ, ਤੁਸੀਂ ਕਹਿੰਦੇ ਇਹ ਇਮੋਸ਼ਨ ਨਾਲ ਜੁੜਿਆ ਮਸਲਾ ਹੈਗਾ, ਇਹ ਬੜੀ ਵੱਡੀ ਪ੍ਰੋਬਲਮ ਹੈ। ਤੁਹਾਡੇ ਇਮੋਸ਼ਨਸ ਹੀ ਮਰ ਗਏ, ਤੁਹਾਡੇ ਅੰਦਰੋਂ ਜਿਹੜੀ ਰੂਹ ਸੀਗੀ ਉਹ ਖਤਮ ਹੀ ਹੋ ਗਈ, ਉੱਡ ਗਈ ਕਿਤੇ। ਤੁਸੀਂ ਇੱਕ ਬੁੱਤ ਬਣ ਕੇ ਤੁਰੇ ਫਿਰਦੇ ਹੋ, ਇੱਕ ਟੂਲ ਹੈ। ਹਾਂਜੀ, ਜਾਂ ਜਿਹਦੇ ਜਾਨ ਨਹੀਂ ਕਹਿੰਦੀ ਹੁੰਦੀ, ਕਹਿੰਦੇ ਕਿਸੇ ਗੱਲ 'ਚ ਨਿਰਜਿੰਦ ਜਿਹਾ ਹੋ ਕੇ ਬੰਦਾ ਤੁਰਿਆ ਫਿਰੇ। ਅਸਲ 'ਚ ਸਮਾਜ ਇੱਧਰ ਨੂੰ ਵੱਧ ਰਿਹਾ ਹੈ। ਤਾਂ ਹੀ ਤੁਹਾਨੂੰ ਮੈਂ ਕਿਹਾ ਕਿ ਜਿਹੜੀ ਆਪਣੀ ਕਮਿਊਨਿਟੀ ਨਾ, ਇਹ ਵੀ ਇੱਧਰ ਨੂੰ ਵੱਧ ਰਹੀ ਹੈ। ਹੁਣ ਤੁਸੀਂ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ ਕਿ ਨਿੱਕੇ ਹੁੰਦਿਆਂ ਮੈਨੂੰ ਯਾਦ ਹੈ ਕਈ ਵਾਰੀ ਮਾਂ ਪਿਓ ਦੀ ਗੱਲਬਾਤ ਹੋ ਜਾਣੀ, ਆਪਸ 'ਚ ਝਗੜਾ ਹੋ ਜਾਣਾ, ਇੱਕ ਨੇ ਮੈਂ ਛੱਡ ਦੇਣਾ ਜੀ। ਸਾਨੂੰ 4-4 5-5 ਦਿਨ ਨੀਂਦ ਨਹੀਂ ਸੀ ਆਉਂਦੀ ਕਿ ਵਾਕਈ ਜੇ ਛੱਡ ਦਿੱਤਾ ਅਸੀਂ ਕਿੱਥੇ ਜਾਵਾਂਗੇ, ਇਹ ਕਿਸ ਤਰ੍ਹਾਂ ਹੋਏਗਾ, ਕਿਹਨੂੰ ਡੈਡ ਕਵਾਂਗੇ, ਕਿਹਨੂੰ ਕੁਝ ਕਵਾਂਗੇ। ਠੀਕ ਹੈ। ਅੱਜ ਕੱਲ੍ਹ ਹੈ ਬੱਚੇ ਦੱਸਦੇ ਆ ਸਕੂਲੇ, ਉਹ ਫਲਾਣੇ ਜੌਨ ਦਾ ਨਾ ਮਾਂ ਬਾਪ ਦਾ ਸੈਪਰੇਸ਼ਨ ਹੋ ਗਈ ਹੈ, ਤੇ ਉਹ ਥੋੜ੍ਹਾ ਜਿਹਾ ਹਲਕਾ ਜਿਹਾ ਡਿਸਟਰਬ ਸੀ, ਬਟ 2 ਦਿਨ ਡਿਸਟਰਬ ਰਿਹਾ, ਬਾਅਦ 'ਚ ਠੀਕ ਹੋ ਗਿਆ। ਉਹ ਬੱਚਿਆਂ ਨੂੰ ਮੈਂਟਲੀ ਪ੍ਰਿਪੇਅਰ ਹੀ ਇਸੇ ਤਰੀਕੇ ਨਾਲ ਕੀਤਾ ਗਿਆ ਕਿ ਅਗਰ ਆਪਸ 'ਚ ਕੋਈ ਸੈਪਰੇਸ਼ਨ ਹੋ ਵੀ ਗਈ ਹੈ, ਇਹ ਕਾਮਨ ਚੀਜ਼ ਹੈ। ਅਰੇ ਦੂਜੇ ਤੇ ਵੀ ਹੋਈ ਆ, ਕਿਸੇ ਹੋਰ ਦਾ ਰੈਫਰੈਂਸ ਦੇ ਦੇਣਗੇ। ਜੇ ਬਾਪ ਕੋਈ ਗਰਲਫ੍ਰੈਂਡ ਲੈ ਵੀ ਆਇਆ ਕਰੇ, ਸਿੰਗਲ ਬਾਪ, ਤੇ ਕੋਈ ਗੱਲ ਨਹੀਂ, ਨੋ ਪ੍ਰੋਬਲਮ ਹੈ। ਜੇ ਈਵਨ ਬੱਚੇ ਜਿਹੜੇ ਆ, ਆਪਣੀ ਕਮਿਊਨਿਟੀ ਦੇ ਬੱਚੇ, ਇੱਕ ਦੱਸਦਾ ਹੈ ਕਿ ਮੈਂ
कोई मैकेनिकल चीज़ ठीक कर गया, ठीक है, और सिंगल मॉम सी, बच्चे कहते कि उन्होंने टैक्नीशियन ਨੂੰ ਕਹਿੰਦੇ कि मेरी मॉम ਜਿਹੜੀ है वो तेरे नाल गल्लां करके बड़ा ठीक फील करती है तो तू रेगुलरली आ जाया कर ਸਾਡੇ ਘਰੇ। ਹੁਣ ਦੇਖੋ ਇਸ ਨੈਰੇਟਿਵ ਨੂੰ, ਇਸ ਸਿਚੁਏਸ਼ਨ ਨੂੰ ਤੁਸੀਂ ਇੰਡੀਆ ਲੈ ਕੇ ਜਾਓ, ਠੀਕ ਹੈ ਜੀ, ਉੱਥੇ ਐਕਸੈਪਟੇਬਲ ਨਹੀਂ ਹੈ, ਉੱਥੇ ਕਿਤੇ ਉੱਥੇ ਤੇ ਕਤਲ ਹੋ ਜਾਣਗੇ ਇਸ ਚੀਜ਼ ਤੇ, ਠੀਕ ਹੈ ਜੀ। ਬਿਲਕੁਲ। ਲੇਕਿਨ ਇੱਥੇ ਜਿਹੜੇ ਬੱਚਿਆਂ ਵਾਸਤੇ ਅਗਰ ਮਦਰ ਜਾਂ ਫਾਦਰ ਗਰਲਫ੍ਰੈਂਡ ਬॉयਫ੍ਰੈਂਡ ਲੈ ਆਉਂਦੇ ਆ ਤੇ ਕਾਮਨ ਚੀਜ਼ ਹੈਗੀ ਹੈ, ਕਿਉਂਕਿ ਉਹ ਸਕੂਲ 'ਚ ਦੇਖਦੇ ਆ, ਸਕੂਲ 'ਚ ਡਿਸਕਸ਼ਨ ਹੁੰਦੀ ਹੈ ਇਸ ਬਾਰੇ 'ਚ। ਬਿਲਕੁਲ, ਠੀਕ ਹੈ ਜੀ। ਸਭ ਤੋਂ ਵੱਡੀ ਗੱਲ ਹੈ ਕਿ ਸਕੂਲ ਵਿੱਚ ਟੀਚਰ ਖੁਦ ਉਹਨਾਂ ਨਾਲ ਬੱਚਿਆਂ ਨਾਲ ਇਹੋ ਜਿਹੀਆਂ ਪ੍ਰੋਬਲਮਸ ਤੇ ਕਾਮਨ ਚੀਜ਼ ਹੈ, ਗੱਲ ਕਰਦੇ। ਹਾਂ, ਸੋ ਫਿਰ ਆਪਾਂ ਮੁੜਦੇ ਹਾਂ ਫਾਦਰਸ ਡੇ ਤੇ, ਕਿ ਫਾਦਰਸ ਡੇ ਦੇ ਵਿੱਚ ਨਾ ਜਿਹੜਾ ਇਮੋਸ਼ਨਲ ਐਸਪੈਕਟ ਹੈ ਸਾਡੀ ਕਮਿਊਨਿਟੀ 'ਚ ਜ਼ਿਆਦਾ ਹੈ, ਇਹਨਾਂ 'ਚ ਘੱਟ ਹੈ, ਠੀਕ ਹੈ ਜੀ। ਹੈਗਾ, ਮੈਂ ਨਹੀਂ ਕਹਿੰਦਾ 100% ਨਹੀਂ ਹੈ, ਘੱਟ ਹੈ। ਘੱਟ ਇਸ ਕਾਰਨ ਕਰਕੇ ਹੈ ਕਿ ਇਹਨਾਂ ਦੇ ਡਿਵੋਰਸ ਹੀ ਹੁੰਦੇ ਆਏ ਆ, ਡੋਮੈਸਟਿਕ ਵਾਇਲੈਂਸ ਹੀ ਹੁੰਦੀ ਹੈ, ਪੁਲਿਸ ਹੀ ਆਉਂਦੀ ਹੈ, ਪੁਲਿਸ ਦੋਨੋਂ ਨੂੰ ਵੱਖਰਾ ਵੀ ਕਰਦੀ ਹੈ, ਰੈਸਟ੍ਰਿਕਸ਼ਨ ਆਰਡਰ ਵੀ ਲੱਗਦੇ ਇੱਕ ਦਿੱਤੇ, ਠੀਕ ਹੈ ਜੀ। ਫਿਰ ਨਿੱਕੀ ਨਿੱਕੀ ਚੀਜ਼ ਤੇ ਇਹਨਾਂ ਦੀ ਸੈਪਰੇਸ਼ਨ ਵੀ ਹੁੰਦੀ ਹੈ, ਈਵਨ ਫ੍ਰਿਜ ਦੀਆਂ ਚੀਜ਼ਾਂ ਵੀ ਵੰਡੀਆਂ ਜਾਂਦੀਆਂ ਨੇ, ਠੀਕ ਹੈ ਜੀ, ਮੌਰਗੇਜਾਂ ਵੀ ਵੰਡੀਆਂ ਜਾਂਦੀਆਂ ਨੇ, ਨਿੱਕੀ ਨਿੱਕੀ ਚੀਜ਼ ਜਿਹੜੀ ਗੱਡੀਆਂ ਦੇ ਹੁੰਦੇ ਆ। ਸੋ ਇਹ ਚੀਜ਼ਾਂ ਲੋਕ ਜਿਹੜੇ ਨੇ, ਬੱਚੇ ਜਿਹੜੇ ਨੇ, ਇਹ ਬਚਪਨ ਤੋਂ ਹੀ ਦੇਖਦੇ ਆਏ ਨੇ। ਅਗਰ ਉਹਨਾਂ ਦੇ ਘਰ 'ਚ ਨਹੀਂ ਹੁੰਦਾ ਤੇ ਗੁਆਂਢ 'ਚ ਕਿਤੇ ਹੁੰਦਾ, ਅਗਰ ਗੁਆਂਢ 'ਚ ਹੁੰਦਾ ਨੇਬਰਹੁੱਡ 'ਚ ਕਿਤੇ ਹੋਰ ਪਾਸੇ ਹੁੰਦਾ ਜੀ। ਗੱਲ ਉੱਥੇ ਆ ਕਿ ਇਹ ਜਿਹੜਾ ਰੁਝਾਨ ਆ, ਹਾਂਜੀ, ਇਹ ਇੱਕਦਮ ਤਾਂ ਨਹੀਂ ਹੋਇਆ। ਆਫਟਰ ਸੋਸਾਇਟੀ ਵਿੱਚ ਜਦੋਂ ਵੀ ਕੋਈ ਚੇਂਜ ਆਉਂਦੀ ਆ ਉਹਨੂੰ ਬੜਾ ਟਾਈਮ ਲੱਗਦਾ, ਹਾਂਜੀ, ਔਰ ਸਟੈਪ ਬਾਈ ਸਟੈਪ ਅੱਗੇ ਵੱਧਦੀ ਰਹਿੰਦੀ। ਇਹ ਜਿਹੜਾ ਟੌਪਿਕ ਅਸੀਂ ਅੱਜ ਫਾਦਰਸ ਡੇ ਨਾਲ ਜੋੜ ਕੇ ਡਿਸਕਸ ਕਰ ਰਹੇ ਹਾਂ, ਇੱਕ ਦਿਨ ਦੀ ਕ੍ਰੀਏਸ਼ਨ ਨਹੀਂ ਹੈ, ਇਹ ਨਤੀਜਾ ਇੱਕ ਦਿਨ ਦਾ ਨਹੀਂ ਹੈ, ਇਹ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਹੈਗਾ। ਔਰ ਜਿਹੜਾ ਰੂਪ ਅਸੀਂ, ਜਿਹੜੀ ਸ਼ੇਪ ਅਸੀਂ ਅੱਜ ਵੇਖ ਰਹੇ ਹਾਂ, ਜਿਹਦੇ ਤੇ ਚਿੰਤਾ ਵੀ ਕਰ ਰਹੇ, ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਚਿੰਤਾ ਕਰ ਰਹੇ ਹਾਂ। ਇਹਨੂੰ ਟਾਈਮ ਲੱਗਾ, ਇਹਨੂੰ ਕੋਈ ਤਾਂ ਹੋਣਾ ਚਾਹੀਦਾ ਜਿਹੜਾ ਇਹਨੂੰ ਪਹਿਲੀ ਸ਼ੇਪ 'ਚ ਲੈ ਕੇ ਜਾਵੇ। ਇਹ ਜਿਹੜਾ ਨਵੇਂ ਰੁਝਾਨ ਬਣੇ ਆ, ਜਿਹਦੇ 'ਚ ਪਰਿਵਾਰ ਟੁੱਟ ਰਹੇ ਆ, ਫਾਦਰ ਦੀ ਇੰਪੋਰਟੈਂਸ ਖਤਮ ਹੋ ਰਹੀ ਹੈ, ਮਦਰ ਦੀ ਇੰਪੋਰਟੈਂਸ ਖਤਮ ਹੋ ਰਹੀ ਹੈ, ਉਹਨਾਂ ਦੀ ਐਗਜ਼ਿਸਟੈਂਸ ਨੂੰ ਵੀ ਜਿਹੜਾ ਵਾ ਉਹ ਨਹੀਂ, ਕੋਈ ਵੀ ਵੇਟੇਜ ਨਹੀਂ ਹੈਗੀ। ਕੋਈ ਕਿਸੇ ਨੂੰ ਤਾਂ ਇੱਥੇ ਕੋਸ਼ਿਸ਼ ਕਰਨੀ ਪਊਗੀ ਨਾ। ਤੁਹਾਨੂੰ ਮੈਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਇੱਕ ਦਾਦਾ ਦਾਦੀ 55 ਸਾਲ ਹੁੰਦੇ ਆ ਮੈਰਿਜ ਨੂੰ, ਤੇ ਪੋਤਰੇ ਇੱਥੇ ਆ ਜਾਂਦੇ, ਇੱਥੇ ਮਤਲਬ ਕੈਨੇਡਾ ਅਮਰੀਕਾ ਦੀ ਗੱਲ ਹੈ। ਉਹ ਕਹਿੰਦੇ ਜੀ ਕਿ ਦੋ ਤੇ ਪੋਤਰੀਆਂ, ਕਿ ਤੁਹਾਡਾ ਮੈਰਿਜ ਐਨੀਵਰਸਰੀ ਅੱਜ 55 ਸਾਲ ਤੁਹਾਨੂੰ ਹੋ ਗਏ ਇਕੱਠਿਆਂ ਨੂੰ, ਤੁਹਾਡਾ ਅੱਜ ਕੇਕ ਕੱਟਣਾ ਹੈਗਾ। ਉਹ ਕਹਿੰਦੇ ਕੱਟ ਲਓ, ਠੀਕ ਹੈ ਜੀ। ਸਾਰਾ, ਹਾਲਾਂਕਿ ਵਾਈਫ ਜਿਹੜੀ ਹੈ ਰੇਸ਼ਮ ਕੌਰ, ਜਿਹੜੀ ਕਰੈਕਟਰ ਹੈ, ਉਹ ਬਿਮਾਰ ਹੁੰਦੀ ਹੈ, ਠੀਕ ਹੈ ਜੀ। ਯਾਨੀ ਕਿ 55 ਸਾਲ ਅਗਰ ਉਮਰ ਹੈ, 55 ਸਾਲ ਵਿਆਹ ਨੂੰ ਹੋਏ ਆ, ਤੇ ਉਮਰ 75 ਸਾਲ ਤੇ ਹੋਏਗੀ ਘੱਟੋ ਘੱਟ। 75 ਸਾਲ ਐਸੇ ਹੁੰਦੀ ਹੈ ਕਿ ਨੋਰਮਲੀ, ਤੇ ਉਹ ਸਰਵਣ ਸਿੰਘ ਨਾਂ ਹੁੰਦਾ ਹੈ। ਉਹ ਕਹਿੰਦਾ ਕੱਟ ਲਓ, ਕੋਈ ਨਹੀਂ, ਕੋਈ ਪ੍ਰੋਬਲਮ ਨਹੀਂ। ਕੱਟਦਿਆਂ ਖੁਸ਼ੀ ਮਨਾਉਂਦਿਆਂ, ਹਾਲਾਂਕਿ ਰੇਸ਼ਮ ਕੌਰ ਨੂੰ ਕੋਈ ਹੋਸ਼ ਨਹੀਂ ਹੁੰਦੀ ਕਿ ਕੀ ਹੋ ਰਿਹਾ। ਸਰਵਣ ਸਿੰਘ ਦੀਆਂ ਅੱਖਾਂ 'ਚ ਅੱਥਰੂ ਆ ਜਾਂਦੇ ਆ, ਠੀਕ ਹੈ ਜੀ, ਕਿਉਂਕਿ ਉਹ ਜਿਹੜਾ ਕੇਕ ਦਾ ਜਿਹੜਾ ਹੁੰਦੀ ਨਾ ਆਈਸਿੰਗ ਹੁੰਦੀ, ਉੱਤੇ ਨਾਂ ਲਿਖਿਆ ਹੁੰਦਾ ਸਰਵਣ ਸਿੰਘ ਤੇ ਰੇਸ਼ਮ ਕੌਰ, ਠੀਕ ਹੈ ਜੀ। ਉਹ ਬੈਕਗਰਾਊਂਡ 'ਚ ਚੱਲ ਜਾਂਦਾ, ਬੈਕ ਫਲੈਸ਼ 'ਚ। ਕਹਿੰਦਾ ਜਦੋਂ ਮੇਰਾ ਰਿਸ਼ਤਾ ਹੋਇਆ ਸੀ, ਕਹਿੰਦਾ ਮੈਨੂੰ ਇੰਨਾ ਚਾਅ ਸੀ, ਮੈਂ ਇੱਕ ਦਿਨ ਦਾਤਰੀ ਦੀ ਨੁੱਕਰ ਨਾਲ ਸਫੈਦੇ ਤੇ ਰੇਸ਼ਮ ਕੌਰ ਲਿਖ ਦਿੱਤਾ, ਸਾਰੇ ਪਿੰਡ 'ਚ ਗੱਲ ਧੁੰਮ ਗਈ। ਨਾਲ ਦੇ ਨੇ ਕੀ ਕੀਤਾ, ਹਰ ਰੁੱਖ ਤੇ ਰੇਸ਼ਮ ਕੌਰ ਲਿਖ ਦਿੱਤਾ, ਹਰ ਰੁੱਖ ਤੇ, ਠੀਕ ਹੈ ਜੀ। ਹਰ ਕੱਚੇ ਕੋਠੇ ਤੇ ਰੇਸ਼ਮ ਕੌਰ ਮਸ਼ਹੂਰ ਹੋ ਗਈ। ਘਰੋਂ ਝਿੜਕਾਂ ਪਈਆਂ ਵੀ ਆਹ ਕੀ ਤੂੰ ਪਖੰਡ ਫੜਿਆ, ਰਿਸ਼ਤਾ ਆ, ਵਿਆਹ ਨਹੀਂ ਹੋਇਆ, ਬਗਾਨੀ ਧੀ ਦਾ ਕਿਉਂ ਲਿਖਦਾ ਨਾ, ਹਨਾ। ਮੁੜ ਕੇ ਵਿਆਹ ਤੋਂ ਹਫ਼ਤਾ ਕੁ ਪਹਿਲਾਂ ਖਬਰ ਆ ਗਈ ਕਿ ਉਹਦਾ ਚੀਨੀ ਲਾਉਂਦੀ ਦਾ ਹੱਥ ਵੱਢਿਆ ਗਿਆ। ਠੀਕ ਹੈ ਜੀ। ਕਹਿੰਦਾ ਮੈਨੂੰ ਪਤਾ ਸੀ ਕਿ ਬਾਪ ਨੇ ਨਾ ਕਰ ਦੇਣੀ, ਹੁਣ ਬੱਜ ਲੱਗ ਗਈ ਹੈ, ਫਿਜ਼ੀਕਲ ਡਿਫੈਕਟ ਆ ਗਿਆ। ਕਹਿੰਦਾ ਸਾਡੇ ਤਾਇਆ ਜੀ ਹੁੰਦਾ ਸੀ, ਉਹ ਲੈ ਗਏ ਖੇਤਾਂ 'ਚ ਦੋਨਾਂ ਨੂੰ, ਸਾਨੂੰ ਪਿਓ ਪੁੱਤਰ ਨੂੰ। ਕਹਿੰਦੇ ਸਰਵਣ ਸਿਆ, ਜੇ ਇਹ ਕੰਮ ਤੇਰੇ ਘਰੇ ਆਈ ਤੇ ਨਾਲ ਹੋ ਜਾਂਦਾ, ਫਿਰ ਵੀ ਫਿਰ ਕੀ ਕਰਦੇ। ਕਹਿੰਦੇ ਉਹਨੇ ਸਾਰੀ ਗੱਲ ਮੇਰੇ ਬਾਪ ਨੇ ਮੇਰੇ ਤੇ ਸੁੱਟ ਦਿੱਤੀ। ਮੈਂ ਕਿਹਾ ਨਹੀਂ, ਮੈਨੂੰ ਉਹਦੇ ਸਰੀਰ ਦੇ ਨਾਲ ਨਹੀਂ, ਉਹਦੇ ਵਜੂਦ ਦੇ ਨਾਲ ਪਿਆਰ ਹੈਗਾ, ਉਹਦੀ ਐਕਸੈਪਟੇਬਲ। ਇਹ ਸਾਰੀਆਂ ਗੱਲਾਂ ਦੱਸ ਰਿਹਾ ਹੁੰਦਾ ਆਪਣੇ ਦੋਤਰੇ ਪੋਤਰੀਆਂ ਨੂੰ, ਤੇ ਇੱਕ ਪੋਤਰੇ ਦਾ ਡਿਵੋਰਸ ਹੋ ਕੇ ਹਟਿਆ ਹੁੰਦਾ, ਵਿਆਹ ਤੋਂ ਮਹੀਨੇ ਬਾਅਦ ਹੀ ਡਿਵੋਰਸ ਹੋਇਆ ਹੁੰਦਾ ਉਹਦਾ। ਕੋਰਟ ਕਚਹਿਰੀ ਦੇ ਚੱਕਰ ਹਾਲੇ ਚੱਲ ਰਹੇ ਹੁੰਦੇ ਆ। ਉਹ ਕਹਿੰਦਾ ਹੈ ਦਾਦਾ ਜੀ ਤੁਸੀਂ 55 ਸਾਲ ਕਿੱਦਾਂ ਕੱਢ ਲਏ ਇਕੱਠਿਆਂ। ਉਹਦਾ ਖੁਦ ਦਾ ਮਹੀਨੇ ਬਾਅਦ ਡਿਵੋਰਸ ਹੋਇਆ।
ਸਰਵਣ ਸਿੰਘ ਲੰਮਾ ਸਾਰਾ ਸਾਹ ਲੈਂਦਾ ਹੈ, ਫਿਰ ਕਹਿੰਦਾ ਪੁੱਤ ਸਾਡੇ ਵੇਲੇ ਜੇ ਕੋਈ ਚੀਜ਼ ਪਾਟ ਜਾਂਦੀ ਸੀ ਤੇ ਸੀ ਲਈ ਜਾਂਦੀ ਸੀ, ਤੇ ਜੇ ਗੁੱਸਾ ਚੜ੍ਹ ਜਾਂਦਾ ਸੀ ਤਾਂ ਉਹਨੂੰ ਪੀ ਲਿਆ ਜਾਂਦਾ ਸੀ। ਕਹਿੰਦੇ ਪੀਣਾ ਤੇ ਸੀਣਾ ਜਿਹੜਾ ਇਹੋ ਸੀ, ਇਹੋ ਬੇਸ ਸੀ ਰਿਲੇਸ਼ਨਸ਼ਿਪ ਦਾ। ਸਾਡੇ ਵੇਲੇ ਨਿੱਕੇ ਨਿੱਕੇ ਬਹਾਨੇ ਲਾ ਕੇ ਚੰਗੀ ਭਲੀ ਚੀਜ਼ ਨੂੰ ਡਸਟਬਿਨ 'ਚ ਸੁੱਟਣ ਦਾ ਰਿਵਾਜ ਨਹੀਂ ਸੀ ਹੁੰਦਾ। ਹੁਣ ਤੁਸੀਂ ਦੇਖੋ ਕਿੱਡੀ ਵੱਡੀ ਮਾਨਸਿਕਤਾ ਤੀਜੀ ਜਨਰੇਸ਼ਨ ਨੂੰ ਦੱਸ ਰਿਹਾ ਬਜ਼ੁਰਗ। ਜੇ ਗੁੱਸਾ ਆਉਂਦਾ ਸੀ ਤੇ ਪੀ ਲਿਆ ਜਾਂਦਾ ਸੀ, ਕੋਈ ਕੱਪੜਾ ਪਾੜ ਜਾਂਦਾ ਸੀ ਸੀ ਲਿਆ ਜਾਂਦਾ ਸੀ, ਨਿੱਕੀ ਨਿੱਕੀ ਚੀਜ਼ ਜਿਹੜੀ ਆ ਡਸਟਬਿਨ 'ਚ ਨਹੀਂ ਸੀ ਸੁੱਟਦੇ ਹੁੰਦੇ ਸੀ। ਇਹਦਾ ਮਤਲਬ ਇਹ ਤੁਹਾਡੀ ਇਸ ਜਿਹੜੀ ਤੁਸੀਂ ਸਟੋਰੀ ਸੁਣਾਈ ਹੈ ਸੱਚ ਦੇ ਬਹੁਤ ਨੇੜੇ ਹੈ। ਆਮ ਘਰਾਂ ਦੇ ਵਿੱਚ ਇਹ ਹੋਈ ਹੈ ਜਾਂ ਹੋਣੀ ਚਾਹੀਦੀ ਇਸ ਤਰੀਕੇ ਦੀ ਗੱਲਬਾਤ ਵੀ। ਤੇ ਜੇ ਸੁਸਾਇਟੀ ਦੇ ਵਿੱਚ ਜਿਹੜੇ ਬਜ਼ੁਰਗ ਹੈਗੇ ਆ ਉਹ ਆਪਦੇ ਨੈਕਸਟ ਜਨਰੇਸ਼ਨ ਨੂੰ ਜਾਂ ਨੈਕਸਟ ਟੂ ਨੈਕਸਟ ਜਨਰੇਸ਼ਨ ਨੂੰ ਇਸ ਤਰੀਕੇ ਨਾਲ ਐਜੂਕੇਟ ਕਰਦੇ ਰਹਿਣ, ਸ਼ਾਇਦ ਅਸੀਂ ਜਿਹੜਾ ਸੋ ਕਾਲਡ ਵੈਸਟਰਨ ਕਲਚਰ ਹੈ ਜਿਹੜਾ ਅਸੀਂ ਅਡਾਪਟ ਕਰਨ ਲੱਗੇ ਮਿੰਟ ਲਾਉਣਾ ਹੈ, ਝਟਪਟ ਹੀ ਅਸੀਂ ਉੱਦਾਂ ਦੇ ਕੱਪੜੇ ਪਾਉਣ ਲੱਗ ਪੈਂਦੇ ਹਾਂ, ਉਸ ਤਰੀਕੇ ਦਾ ਖਾਣਾ ਹੀ ਖਾਣ ਲੱਗ ਪੈਂਦੇ ਹਾਂ, ਉੱਦਾਂ ਦਾ ਸਾਡਾ ਰਹਿਣ ਸਹਿਣ ਹੋ ਜਾਂਦਾ ਹੈਗਾ। ਉਹਦੇ ਤੋਂ ਸ਼ਾਇਦ ਬਚ ਜਾਈਏ। ਪ੍ਰਭਾਵ ਤਾਂ ਕਬੂਲਿਆ ਜਾਣਾ ਹੈ, ਸੁਭਾਵਕ ਹੈ, ਕਿਉਂਕਿ ਰਹਿੰਦੇ ਤਾਂ ਉੱਥੇ ਹੈਗੇ, ਉਸ ਜਗ੍ਹਾ ਤੇ ਰਹਿੰਦੇ। ਤੁਸੀਂ ਏਦਾਂ ਤਾਂ ਇਹ ਕਹਿ ਨਹੀਂ ਸਕਦੇ ਕਿ ਸਾਡਾ ਮਹੱਲਾ ਵੱਖਰਾ, ਸਾਡਾ ਜਿਹੜਾ ਹੈਗਾ ਸ਼ਹਿਰ ਵੱਖਰਾ ਜਾਂ ਸੂਬਾ ਵੱਖਰਾ, ਇੱਦਾਂ ਦੀ ਗੱਲ ਤਾਂ ਕਰ ਹੀ ਨਹੀਂ ਸਕਦੇ। ਹੁਣ ਉਹ ਸਾਰੇ ਲੋਕਾਂ ਦੇ ਵਿੱਚ ਤੁਸੀਂ ਰਹਿਣਾ। ਕੈਨੇਡਾ ਦੇ ਵਿੱਚ ਇੱਕ ਜਿਹੜੀ ਖੂਬਸੂਰਤੀ ਇਹ ਹੈ ਕਿ ਦੁਨੀਆ ਦਾ ਕੋਈ ਕੰਟਰੀ ਇੱਦਾਂ ਦਾ ਨਹੀਂ ਹੈਗਾ ਜਿੱਥੋਂ ਦਾ ਓਰੀਜਨਲ ਜਿਹੜਾ ਵਸਨੀਕ ਆ ਉਹ ਇੱਥੇ ਨਹੀਂ ਆਇਆ। ਉਹ ਇੱਥੇ ਆਪ ਹੀ ਨਹੀਂ ਆਇਆ ਇਕੱਲਾ, ਉਹ ਤਾਂ ਫਿਜ਼ੀਕਲੀ ਸਾਰਾ ਨਹੀਂ ਆਇਆ, ਉਹਦੇ ਨਾਲ ਸਾਰਾ ਕੁਝ ਕਲਚਰ ਵੀ ਲੈ ਕੇ ਆਇਆ, ਲੈਂਗੁਏਜ ਵੀ ਲੈ ਕੇ ਆਇਆ, ਇਮੋਸ਼ਨਸ ਵੀ ਲੈ ਕੇ ਆਇਆ, ਉਸ ਤਰੀਕਾ ਸਾਰਾ ਕੁਝ ਨਾਲ ਲੈ ਕੇ ਆਇਆ। ਹੁਣ ਉਹ ਚਾਹੁੰਦਾ ਵੀ ਆ ਕਿ ਉਹ ਜਿਹੜਾ ਕਲਚਰ ਮੈਂ ਲੈ ਕੇ ਆਇਆ, ਜਿਹੜੇ ਇਮੋਸ਼ਨਸ ਮੈਂ ਲੈ ਕੇ ਆਇਆ, ਜੋ ਫੈਮਿਲੀਜ਼ ਦੀਆਂ ਟਰਮਸ ਜਿਹੜੀਆਂ ਲੈ ਕੇ ਆਇਆ ਹੈਗਾ, ਉਹ ਇੱਥੇ ਬਰਕਰਾਰ ਵੀ ਰਹਿਣ, ਐਗਜ਼ਿਸਟ ਕਰਦੀਆਂ ਰਹਿਣ। ਜਿੰਨਾ ਚਿਰ ਮੈਂ ਜਿਉਂਦਾ ਉਹਨਾਂ ਚਿਰ ਤਾਂ ਇਹ ਸਾਰਾ ਕੁਝ ਹੁੰਦਾ ਰਹੇ। ਨੈਕਸਟ ਜਨਰੇਸ਼ਨ ਬਾਰੇ ਕਈ ਵਾਰੀ ਉਹ ਸੋਚਦਾ ਕਿ ਜਨਰੇਸ਼ਨ ਜਿਹੜੀ ਆ ਹੁਣ ਉਹ ਡਿਫਰੈਂਟ ਵੇ ਨਾਲ ਬਿਹੇਵ ਲੱਗ ਪਈ ਕਰਨ। ਉਹ ਕਹਿੰਦਾ ਜਿੰਨਾ ਚਿਰ ਮੈਂ ਜਿਉਂਦਾ ਉਹਨਾਂ ਚਿਰ ਇੱਦਾਂ ਰੱਖ ਲਓ, ਬਾਅਦ ਜੋ ਮਰਜ਼ੀ ਕਰੀ ਘਰੇ ਚੱਲੀਏ। ਇੱਦਾਂ ਦੀਆਂ ਗੱਲਾਂ ਹੁੰਦੀਆਂ ਹੈਗੀਆਂ। ਮੈਨੂੰ ਇੱਕ ਚੀਜ਼ ਯਾਦ ਕਰਵਾਤੀ, ਮੈਂ ਸਿਰਫ 2 ਮਿੰਟ ਤੁਹਾਡੇ ਲਾਉਂਗਾ ਜੀ। ਇੱਕ ਸੋਸ਼ਲ ਮੀਡੀਆ ਤੇ ਪਿਕਚਰ ਸੀ, ਇੱਕ ਛੋਟਾ ਜਿਹਾ ਬੱਚਾ ਭੇਡਾਂ ਚਾਰ ਰਿਹਾ ਹੁੰਦਾ ਤੇ ਡੰਡੇ ਤੇ ਹੱਥ ਰੱਖ ਕੇ ਤੇ ਹੱਸਿਆ ਜਾਂਦਾ ਬੜਾ, ਠੀਕ ਹੈ ਜੀ। ਤੇ ਉਹ ਮੈਨੂੰ ਕਹਾਣੀ ਯਾਦ ਆ ਗਈ ਜੀ ਪੁਰਾਣੀ। ਨਿੱਕੇ ਹੁੰਦਿਆਂ 4th 5ਵੀਂ 'ਚ, ਸ਼ਾਇਦ 3 4 'ਚ ਅਸੀਂ ਮੈਂ ਡੰਗਰ ਚਾਰਦਾ ਹੁੰਦਾ ਸੀ। ਡੰਗਰ ਚਾਰਦਾ ਹੁੰਦਾ ਸੀ ਤੇ ਇੱਕ ਓਡਾ ਕੁ ਬੱਚਾ ਜਿਹੜਾ ਉਹ ਆਪਣੇ ਦਾਦੇ ਦੇ ਨਾਲ ਆਪਣੇ ਡੰਗਰ ਚਾਰ ਆਉਂਦਾ ਹੁੰਦਾ ਸੀ ਉੱਥੇ। ਉਹਨੇ ਮੈਨੂੰ ਸਭ ਤੋਂ ਪਹਿਲਾਂ ਤੇ ਭੱਜ ਕੇ ਆ ਕੇ ਮਿਲਣਾ ਮੈਨੂੰ, ਠੀਕ ਹੈ ਜੀ। ਉਸ ਟਾਈਮ ਦੀ ਗੱਲ ਕਰਦਾ, ਡੰਗਰ ਵੀ ਆਪਸ 'ਚ ਮਿਲ ਦਿੰਦੇ ਸੀ, ਠੀਕ ਹੈ ਜੀ। ਤੇ ਉਹ ਦਾਦਾ ਜਿਹੜਾ ਸੀ ਨਾ, ਦਾਦਾ ਉਹ ਨਾਲ ਆਉਂਦਾ ਹੁੰਦਾ ਸੀ। ਦਾਦੇ ਨੇ ਚਾਦਰ ਵਿਛਾ ਕੇ ਤੇ ਸੌਂ ਜਾਣਾ ਤੇ ਉਹਨਾਂ ਪੋਤਰੇ ਨੇ ਡੰਗਰਾਂ ਦਾ ਫੇਰਾ ਮਤਲਬ ਡੰਗਰ ਦੂਰ ਚੱਲ ਜਾਂਦੇ, ਉਹਨੂੰ ਘੇਰ ਕੇ ਲਿਆਉਣਾ ਉੱਥੇ, ਠੀਕ ਹੈ ਜੀ। ਘੇਰ ਕੇ ਲਿਆ ਕੇ ਫਿਰ ਮੇਰੇ ਨਾਲ ਖੇਡੇ ਲੱਗ ਜਾਣਾ। ਉਹਨੂੰ ਲੰਮੇ ਪੈ ਨੇ ਕਹਿਣਾ, ਉਹ ਡੰਗਰ ਦੂਰ ਚਲੇ ਗਏ, ਲਾਇਆ ਓਏ ਜਿਉਣ ਜੋ ਗਿਆ, ਚੱਲ ਆਇਆ। ਉਹਨੇ ਫਿਰ ਜਾਣਾ, ਫਿਰ ਲੈ ਕੇ ਕੋਲ ਆ ਜਾਣਾ ਨਾ ਜੀ। ਕਈ ਵਾਰੀ ਨਾ ਉਹਨੂੰ ਦਮੇ ਦਾ ਦੌਰਾ ਪੈਂਦਾ ਹੁੰਦਾ ਸੀ, ਅੱਛਾ, ਬਜ਼ੁਰਗ ਨੂੰ। ਤੇ ਦਮੇ ਦਾ ਦੌਰਾ ਪੈਂਦਾ ਹੁੰਦਾ ਸੀ ਤੇ ਜਿਹੜੇ ਬੱਚਾ ਸੀ ਛੋਟਾ, ਜਿਹੜਾ ਮੇਰੇ ਹਾਣ ਦਾ ਸੀ, ਮਾਂ ਪਿਓ ਦੋਨੋਂ ਉਹਦੇ ਮਰ ਗਏ ਸੀ, ਉਹ, ਠੀਕ ਹੈ ਜੀ। ਬਾਬੇ ਦੇ ਸਾਰੇ ਦਾਦੇ ਸਾਰੇ। ਤੇ ਉਹਨੇ ਨਾ ਜਦੋਂ ਦਾਦੇ ਨੂੰ ਦਮੇ ਦਾ ਦੌਰਾ ਪੈਣਾ ਤੇ ਉਹਨੇ ਖੰਘਣਾ ਤੇ ਏਦਾਂ ਲੱਗਣਾ ਕਿ ਹੁਣੇ ਖਤਮ ਹੋ ਜਾਣਾ। ਉਹਨੇ ਮੇਰੇ ਨਾਲ ਖੇਡਦੇ ਹੋਏ ਨੇ ਉੱਠ ਕੇ ਨਾ ਤੇ ਦਾਦੇ ਦਾ ਚੱਸਣ ਲੱਗ ਪੈਣਾ ਜਾ ਕੇ। ਤੇ ਉਹ ਦਾਦੇ ਨੇ ਕਹਿਣਾ, ਪੁੱਤ ਮੈਂ ਇੰਨੀ ਛੇਤੀ ਨਹੀਂ ਜਾਂਦਾ, ਤੈਨੂੰ ਮੈਂ ਲਾਈਨ ਤੇ ਪਾ ਕੇ ਜਾਊਂਗਾ, ਤੈਨੂੰ ਮੈਂ ਕੁਝ ਬਣਾ ਕੇ ਪੈਰਾਂ ਤੇ ਖੜੇ ਕਰਕੇ ਜਾਊਂਗਾ, ਮੈਂ ਐਡੀ ਛੇਤੀ ਨਹੀਂ ਜਾਂਦਾ, ਠੀਕ ਹੈ ਜੀ। ਤੁਸੀਂ ਇਹ ਦੇਖੋ ਵੀ ਹੁਣ ਉਹ ਦਾਦਾ ਸੀ ਕਿ ਪਿਓ ਸੀ, ਠੀਕ ਹੈ ਜੀ। ਇਹ ਚੀਜ਼ਾਂ ਅਸੀਂ ਬਚਪਨ 'ਚ ਦੇਖੀਆਂ ਜੀ, ਠੀਕ ਹੈ ਜੀ। ਹੁਣ ਮੈਂ ਜਦੋਂ ਇੰਨੀ ਕੁ ਕਹਾਣੀ ਲਿਖੀ, ਮੈਨੂੰ ਲੋਕੀ ਕਹਿੰਦੇ ਹੁਣ ਇਹਦਾ ਬਾਕੀ ਦਾ ਪਾਰਟ ਲਿਖੋ। ਮੈਂ ਕਿਹਾ ਮੈਂ ਬਾਕੀ ਦਾ ਪਾਰਟ ਕਿੱਥੇ ਲਿਖਾਂ, ਮੈਨੂੰ ਤਾਂ ਪਤਾ ਹੀ ਨਹੀਂ, ਸਾਡੀ ਬਦਲੀ ਹੋ ਗਈ, ਮੈਨੂੰ ਪਤਾ ਨਹੀਂ ਕਿੱਥੇ ਗਿਆ ਹੈ ਕਿ ਨਹੀਂ ਹੈ। ਦਾਦਾ ਦੇ ਸ਼ਾਇਦ ਸਾਲ ਬਾਅਦ ਚਲਾ ਗਿਆ ਹੋਣਾ, ਠੀਕ ਹੈ। ਜ਼ਿੰਦਗੀ 'ਚ ਹੈਗਾ ਜੀ, ਆਉਣ ਜਾਣ ਹੈਗਾ। ਸੋ ਜਿਹੜੇ ਕੁਛ ਚੰਗੇ ਪੱਖ ਜ਼ਿੰਦਗੀ ਦੇ ਹੈਗੇ ਆ ਉਹ ਸਾਨੂੰ ਸ਼ੇਅਰ ਕਰਨੇ ਚਾਹੀਦੇ ਆ। ਸਾਡਾ ਪਰਸਨਲ ਨਿੱਜੀ ਹੇਰਵਾ ਜਿਹੜਾ ਉਹ ਇਹ ਹੈ ਕਿ ਜੇ ਅਸੀਂ ਇਸ ਵਾਤਾਵਰਨ ਦੇ ਵਿੱਚ ਇੰਨੇ ਖੁੱਜ ਲਗੇ
ਘੁਲ ਮਿਲ ਗਏ ਇੰਨੇ ਘੁਲ ਮਿਲਣਾ ਤੇ ਇੱਕ ਪੋਜ਼ਿਟਿਵ ਵਰਡ ਹੈਗਾ ਖੋਜਣਾ ਹੁੰਦਾ ਵਿੱਚ ਤੁਸੀਂ ਜਜ਼ਬ ਹੋ ਗਏ ਨਿੰਗਲਪ ਹੋ ਗਿਆ ਹਾਂ ਮਿਕਸਅਪ ਤੁਸੀਂ ਆਪਣੇ ਆਪ ਨੂੰ ਕਰ ਲਿਆ ਤੇ ਫਿਰ ਸ਼ਾਇਦ ਇਹ ਕਹਾਣੀਆਂ ਕਿਤਾਬਾਂ 'ਚ ਹੀ ਰਹਿ ਜਾਣੀਆਂ ਕਿਤਾਬਾਂ 'ਚ ਰਹਿ ਗਈਆਂ ਜਾਂ ਕੋਈ ਸੁਣਾਉਣ ਵਾਲਾ ਹੋਇਆ ਕੋਈ ਜਿੰਦਾ ਤੇ ਉਹ ਸੁਣਾ ਦਿਆ ਕਰੂਗਾ ਸਾਨੂੰ ਉਹ 'ਚ ਆਪਣਾ ਤਾਂ ਨਹੀਂ ਲੱਭੂਗੀ ਨਹੀਂ ਲੱਭੇਗੀ ਸਾਨੂੰ ਉਹਦੇ 'ਚ ਆਪਣਾ ਨਹੀਂ ਕੁਛ ਲੱਭੂਗਾ ਸਾਨੂੰ ਇਹ ਵੀ ਲੱਗੂਗਾ ਕਿ ਕਹਾਣੀ ਆ ਕਹਾਣੀਆਂ ਵਾਂਗੂ ਜਿੱਦਾਂ ਪਰੀ ਲੋਕ ਦੀਆਂ ਕਹਾਣੀਆਂ ਅੱਗੇ ਬਜ਼ੁਰਗ ਨਾਨੀਆਂ ਦਾਦੀਆਂ ਸੁਣਾਉਂਦੀਆਂ ਹੁੰਦੀਆਂ ਸੀ ਵੀ ਸ਼ਾਇਦ ਇਹ ਵੀ ਉਹਨਾਂ ਦਾ ਇੱਕ ਪਾਰਟ ਹੈ ਇੱਦਾਂ ਦੀ ਕਹਾਣੀ ਹੈ ਇਹ ਸਾਨੂੰ ਯਕੀਨ ਨਹੀਂ ਆਊਗਾ ਕਿ ਜ਼ਿੰਦਗੀ ਦਾ ਸੱਚ ਹੈ ਜ਼ਿੰਦਗੀ ਦਾ ਸੱਚ ਬਣਾਉਣ ਦੇ ਲਈ ਅੱਜ ਜਿਹੜਾ ਵਿਸ਼ਾ ਅਸੀਂ ਚੁਣਿਆ ਜਾਂ ਮੌਕਾ ਚੁਣਿਆ ਜਾਂ ਜਿਹੜਾ ਸਬੱਬ ਤੁਸੀਂ ਕਹਿੰਦੇ ਨੇ ਬਣਿਆ ਉਹ ਫਾਦਰਸ ਡੇ ਹੈ ਫਾਦਰਸ ਡੇ ਤੇ ਫਾਦਰ ਦੀ ਇੰਪੋਰਟੈਂਸ ਕੀ ਹੈ ਕੀ ਹੋਣੀ ਚਾਹੀਦੀ ਸਿਰਫ ਇੰਪੋਰਟੈਂਸ ਇਹ ਨਹੀਂ ਕਿ ਉਹਨਾਂ ਨੂੰ ਕੋਲ ਬਿਠਾ ਕੇ ਉਹਨਾਂ ਦਾ ਹੱਥ ਫੜ ਕੇ ਕੇਕ ਕਟਵਾ ਦਿਓ ਫੋਟੋ ਖਿਚਵਾ ਕੇ ਸੋਸ਼ਲ ਮੀਡੀਆ ਤੇ ਪਾ ਦਿਓ ਜਾਂ ਸੋਸ਼ਲ ਮੀਡੀਆ ਤੇ ਲਿਖ ਦਿਓ ਹੈਪੀ ਫਾਦਰ ਡੇ ਜਾਂ ਉਹਦੀ ਪੁਰਾਣੀ ਪਿਕਚਰ ਕੋ ਕੱਢ ਕੇ ਆਪ ਨਾਲ ਬੈਠੇ ਹੋ ਤੇ ਸਿਰਫ ਇੰਨਾ ਹੀ ਕਹਿਣਾ ਨਹੀਂ ਹੈਗਾ ਫਾਦਰ ਦੀ ਕੀ ਇੰਪੋਰਟੈਂਸ ਹੈ ਫਾਦਰ ਦਾ ਕੀ ਯੋਗਦਾਨ ਹੈ ਇਸ ਸੋਸਾਇਟੀ ਵਾਸਤੇ ਸੋਸਾਇਟੀ ਦੀ ਗੱਲ ਛੱਡ ਲਈਏ ਪਰਿਵਾਰ ਵਾਸਤੇ ਪਰਿਵਾਰ ਜਿਹੜਾ ਬੇਸਿਕ ਜਿਹੜਾ ਯੂਨਿਟ ਹੈਗਾ ਪਰਿਵਾਰ ਵਿੱਚ ਉਹਦੀ ਫਾਦਰ ਦੀ ਕੀ ਇੰਪੋਰਟੈਂਸ ਹੈ ਇਹਨੂੰ ਘੋਖਣਾ ਜਾਣਨਾ ਅੱਜ ਦੇ ਦਿਨ ਦੀ ਇੰਪੋਰਟੈਂਸ ਹੈ ਤੇ ਜਾਂਦੇ ਜਾਂਦੇ ਤੁਸੀਂ ਫਾਦਰਸ ਨੂੰ ਕੁਝ ਸੁਨੇਹਾ ਦੇ ਦਿਓ ਬੱਚਿਆਂ ਨੂੰ ਤੁਪ ਦੇ ਦਿੱਤਾ ਫਾਦਰਸ ਨੂੰ ਮੈਂ ਇਹੋ ਗੱਲ ਕਹੂੰਗਾ ਕਿ ਜੇ ਹੋ ਸਕੇ ਤੇ ਸਮੇਂ ਦੇ ਹਾਣ ਜ਼ਰੂਰ ਬਣੋ ਠੀਕ ਹੈ ਜੀ ਇੱਥੋਂ ਦੀ ਲਾਈਫ ਜਿਹੜੀ ਹੈ ਬੜੀ ਫਾਸਟ ਹੈ ਜੇ ਬੱਚਾ 15-20 ਘੰਟੇ ਲਾ ਕੇ ਟਰੱਕ ਤੇ ਆਇਆ ਹੈ ਘਰੇ ਤੇ ਉਹਦੇ ਕੋਲੋਂ ਤੁਸੀਂ ਉਹ ਨਾ ਐਕਸਪੈਕਟ ਕਰੋ ਜੋ ਤੁਹਾਡੇ ਕੋਲੋਂ ਤੁਹਾਡਾ ਬਾਪ ਐਕਸਪੈਕਟ ਕਰਿਆ ਕਰਦਾ ਸੀ ਉਹ ਜ਼ਮਾਨਾ ਹੋਰ ਸੀ ਸਮੇਂ ਦੇ ਹਾਣ ਬਣ ਕੇ ਥੋੜਾ ਜਿਹਾ ਉਸ ਮੁਤਾਬਿਕ ਸਮੇਂ ਦੇ ਮੁਤਾਬਿਕ ਨਵੀਂ ਜਨਰੇਸ਼ਨ ਦੇ ਮੁਤਾਬਿਕ ਵੀ ਢਲ ਜਾਣਾ ਕਿ ਵੀ ਫਾਦਰ ਦਾ ਜਿਹੜੀਆਂ ਗੱਲਾਂ ਗਲਤ ਲੱਗਦੀਆਂ ਡਿਸਕਸ ਕਰ ਲੈਣੀ ਚਾਹੀਦੀ ਉਹਦਾ ਤਰੀਕਾ ਹੁੰਦਾ ਇੱਕ ਡਿਸਕਸ ਕਰ ਲੈਣੀ ਚਾਹੀਦੀਆਂ ਵਰਜ ਵੀ ਦੇਣਾ ਚਾਹੀਦਾ ਸਮਝਾ ਵੀ ਦੇਣਾ ਚਾਹੀਦਾ ਸਮਝਾਉਣ ਦੇ ਵਰਜਨ ਦੇ 100 ਤਰੀਕੇ ਹੈਗੇ ਠੀਕ ਹੈ ਜੀ ਮਤਲਬ ਇੱਕ ਐਸੀ ਅਪਰੋਚ ਹੋਣੀ ਚਾਹੀਦੀ ਹੈ ਕਿ ਸੱਪ ਵੀ ਮਰ ਜਾਏ ਤੇ ਸੋਟੀ ਵੀ ਨਾ ਟੁੱਟੇ ਗੱਲ ਬੱਚੇ ਦੀ ਸਮਝ ਵੀ ਆ ਜਾਏ ਤੇ ਰਿਲੇਸ਼ਨਸ਼ਿਪ ਜਿਹੜਾ ਉਹ ਵੀ ਅੱਗੇ ਨਾਲ ਨਿਖਰੇ ਨਾ ਕਿ ਇੱਕ ਡਿਟੀਰੀਓਰੇਟ ਹੋਏ ਬਿਲਕੁਲ ਪੀੜੇ ਹੋਣ ਸੰਬੰਧ ਜਿਹੜੇ ਆ ਉਹ ਮਜ਼ਬੂਤ ਹੋਣ ਬੜੀ ਮਿਹਰਬਾਨੀ ਬੰਦਾ ਜੀ ਸ਼ੁਕਰਗੁਜ਼ਾਰ ਹਾਂ ਤੁਹਾਡੇ ਤੁਸੀਂ ਸਮਾਂ ਕੱਢਿਆ ਔਰ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ ਨਾਲ ਦੀ ਨਾਲ ਸਾਨੂੰ ਕਹਾਣੀਆਂ ਵੀ ਸੁਣਾਈਆਂ ਜ਼ਿੰਦਗੀ ਦਾ ਸੱਚ ਹੈ ਸਾਰਾ ਥੈਂਕ ਯੂ ਵੈਰੀ ਮਚ